लगातार देखा जा रहा है कि जी महापंचायत से जी मुजफ्फरनगर ਦੇ ਵਿੱਚ ਹੋਈ ਕਾਫੀ ਉੱਥੇ ਜਿਹੜਾ ਠਾਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਕਿ ਲੱਗਦਾ ਢਿੱਲੋਂ ਜੀ ਕਿ ਇਸ ਠਾਠਾ ਮਾਰਦੇ ਇਕੱਠ ਨੇ ਕਿਤੇ ਨਾ ਕਿਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੋਣਾ। ਇਹਨਾਂ ਨੇ ਕਿਹਾ ਸੀ ਕਿ ਹੁਣ ਤਾਂ ਕਿਸਾਨ ਹੈ ਹੀ ਨਹੀਂ ਉੱਥੇ, ਇਹ ਤਾਂ ਪਤਾ ਨਹੀਂ ਕੌਣ ਨੇ ਕੌਣ ਨਹੀਂ, ਲੇਕਿਨ ਇਸ GIC ਮੈਦਾਨ ਮੁਜ਼ੱਫਰਨਗਰ ਨੇ ਸਾਬਤ ਕਰ ਦਿੱਤਾ ਕਿ ਕਿਸਾਨਾਂ ਦੇ ਮਨ ਦੇ ਵਿੱਚ ਕੇਂਦਰ ਸਰਕਾਰ ਪ੍ਰਤੀ ਕਿੰਨਾ ਵੱਡਾ ਗੁੱਸਾ ਹੈ। ਰਾਕੇਸ਼ ਟਕੈਤ ਹੋਰਾਂ ਨੇ ਇੱਕ ਬਹੁਤ ਕਮਾਲ ਦਾ ਨਾਰਾ ਦਿੱਤਾ। ਉਹਨਾਂ ਨੇ ਆਖਿਆ ਅੱਲਾਹੂ ਅਕਬਰ ਤੇ ਪੰਡਾਲ ਵੱਲੋਂ ਆਵਾਜ਼ ਆਈ ਹਰ ਹਰ ਮਹਾਦੇਵ। ਅੱਲਾਹੂ ਅਕਬਰ ਹਰ ਹਰ ਮਹਾਦੇਵ ਭਾਵ ਇਸੇ ਮੁਜ਼ੱਫਰਨਗਰ ਦੇ ਵਿੱਚ ਦੰਗੇ ਹੋਏ ਸਨ। ਉਹ ਦੰਗੇ ਨਹੀਂ ਸੀ, ਇੱਕ ਸਾਜ਼ਿਸ਼ ਤਹਿਤ ਕਤਲੇਆਮ ਸੀ। यूपी ਦੇ उत्तर प्रदेश ਦੇ ਮੁਜ਼ੱਫਰਨਗਰ ਦੀ ਮਹਾਪੰਚਾਇਤ ਨੇ यूपी ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਮੈਂ ਐਡਾ ਵੱਡਾ ਬੇਸ਼ਰਮ ਬੰਦਾ ਕਦੀ ਪ੍ਰਧਾਨ ਮੰਤਰੀ ਨਹੀਂ ਦੇਖਿਆ। ਸਾਡੇ ਪੰਜਾਬ ਦੇ ਆਗੂਆਂ ਨੂੰ ਵੀ ਇਹਦੇ ਵੱਲ ਵੇਖ ਕੇ ਕੁਝ ਮੱਤ ਲੈ ਲੈਣੀ ਚਾਹੀਦੀ ਆ। ਜੋ ਕੁਝ ਸੁਖਬੀਰ ਬਾਦਲ ਕਰ ਰਿਹਾ ਉਹ ਕੋਈ ਸਾਡੇ ਭਲੇ ਦੀਆਂ ਗੱਲਾਂ ਕਰ ਰਿਹਾ ਜਾਂ ਕੈਪਟਨ ਕਰ ਰਿਹਾ ਕੋਈ ਸਾਡੇ ਭਲੇ ਦੀਆਂ ਗੱਲਾਂ ਕਰ ਰਿਹਾ, ਕੁਝ ਨਹੀਂ ਕਰ ਰਿਹਾ। ਡਟ ਮਿਲ ਕੇ ਕਿਸਾਨਾਂ ਦਾ ਸਾਥ ਦਿਓ ਬ੍ਰਦਰ। ਬੇਗੈਰਤ ਸਰਕਾਰ ਦੇ ਮੂੰਹ ਤੇ ਚਪੇੜ ਹੈ। ਇਸ ਸਰਕਾਰ ਨੂੰ ਹੁਣ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਹੈਂਕੜ ਛੱਡ ਕੇ ਅਸਲੀਤ ਨੂੰ ਸਮਝ ਕੇ ਕਿਸਾਨੀ ਮਸਲਾ ਹੱਲ ਕਰਕੇ ਪਛਤਾਵਾ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਅਫਗਾਨਿਸਤਾਨ ਵਾਂਗੂ ਮੁਲਕ ਛੱਡਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਕਿਸਾਨੀ ਸੰਘਰਸ਼ ਆ ਵਾਕਈ ਉਹ ਸਿਖਰਾਂ ਤੇ ਪਹੁੰਚਿਆ ਹੋਇਆ। ਕਿਤੇ ਨਾ ਕਿਤੇ ਉਮੀਦਾਂ ਵੀ ਹੁਣ ਕਿਸਾਨਾਂ ਦੇ ਮਨਾਂ ਦੇ ਵਿੱਚ ਹੈਗੇ ਕਿ ਉਹ ਬਹੁਤ ਹੀ ਜਲਦੀ ਜਿਹੜੀ ਕਿ ਜਿੱਤ ਪ੍ਰਾਪਤ ਕਰ ਲੈਣਗੇ। ਕੀ ਲੱਗਦਾ ਹੈ ਜੇ ਯੂਪੀ ਸਰ ਕਿਸਾਨ ਕਰ ਜਾਂਦੇ ਆ, ਭਾਰਤੀ ਜਨਤਾ ਪਾਰਟੀ ਨੂੰ ਬਾਹਰ ਕੱਢ ਮਾਰਦੇ ਨੇ ਯੂਪੀ ਦੇ ਰਾਜ ਸੱਤਾ ਤੋਂ, ਤਾਂ ਸਮਝ ਲਓ ਕਿ 2024 ਦੇ ਵਿੱਚ ਫਿਰ ਦਿੱਲੀ ਦੇ ਤਖਤ ਤੇ ਬੈਠਣ ਦਾ ਇਹਨੂੰ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਨੂੰ ਉੱਥੋਂ ਵੀ ਭਜਾ ਦੇਣ। ਕਿੱਦਾਂ ਲੱਗਦਾ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਤਾਂ ਚੋਣਾਂ ਨੇੜੇ ਆਉਂਦੇ ਤਾਂ ਬਿਜਲੀ ਸਸਤੀ ਹੋਣ ਦਾ ਮੁੱਦਾ ਜ਼ਰੂਰ ਗਰਮਾਉਂਦਾ ਹੈ। ਹਰ ਪਾਸਿਓਂ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਵਾ। ਇੱਕ ਪਾਸੇ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ, ਇਹ ਜਿਹੜੇ ਕਹਿੰਦੇ ਨੇ ਕੋਈ 300 ਯੂਨਿਟ ਕਹਿੰਦਾ ਕੋਈ 400 ਯੂਨਿਟ ਕਹਿੰਦਾ ਹੈ, ਇਹ ਪਹਿਲਾਂ ਦੱਸਣ ਵੀ ਦੇਵਾਂਗੇ ਕਿਵੇਂ। ਕਿਹੜਾ ਹੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਇਹ 400 ਯੂਨਿਟ ਦੇਣਗੇ। ਲੱਗਦਾ ਨਹੀਂ ਕਿ ਜਿਹੜੇ ਵੱਡੇ ਮੁੱਦੇ ਨੇ ਪਹਿਲਾਂ ਸਿਆਸਤਦਾਨਾਂ ਨੂੰ ਉਹਨਾਂ ਵੱਲ ਨਜ਼ਰ ਮਾਰਨੀ ਚਾਹੀਦੀ ਹੈ। ਨਸ਼ਿਆਂ ਦਾ ਮੁੱਦਾ ਕੈਪਟਨ ਸਾਹਿਬ ਨੇ ਕਿਹਾ ਸੀ 4 ਹਫ਼ਤਿਆਂ 'ਚ ਬੰਦ ਕਰ ਦੂੰਗਾ। ਨਸ਼ਿਆਂ ਦੀਆਂ ਟਿੱਡੀਆਂ ਪਲਪੀਆਂ ਤਾਂ ਫੜ ਲਈਆਂ ਤੇ ਜਿਹੜੇ ਵੱਡੇ ਮਗਰਮੱਛ ਨੇ ਬੇਲ ਮੱਛੀਆਂ ਨੇ ਉਹਨਾਂ ਨੂੰ ਕੌਣ ਫੜੂਗਾ? ਅਜੇ ਤੱਕ ਉਹ ਤੇ ਸਿਆਸਤ ਹੋ ਰਹੀ ਹੈ। ਨਰਿੰਦਰ ਮੋਦੀ ਸਾਹਿਬ ਨੇ ਹੁਣ ਰੇਲਾਂ ਵੀ ਵੇਚਤੀਆਂ, ਪਟੜੀਆਂ ਵੀ ਵੇਚਤੀਆਂ, ਹਵਾਈ ਅੱਡੇ ਵੀ ਵੇਚਤੇ, LIC ਵੀ ਵੇਚਤੀ। ਰਹਿੰਦੀਆਂ ਖੁੰਦੀਆਂ ਸਾਰੀਆਂ ਚੀਜ਼ਾਂ ਦਾ ਭੋਗ ਪਾ ਦੇਵੇਗਾ ਜੇ ਇਹਨੂੰ ਇਸ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਪਾਸੇ ਨਾ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਲੈ ਕੇ ਹਾਜ਼ਰ ਹਾਂ ਨਿਊਜ਼ ਬਿਹਾਈਂਡ ਨਿਊਜ਼। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ। ਚਰਚਾ ਕਰਾਂਗੇ ਜੋ ਹਾਲ ਹੀ ਦੇ ਵਿੱਚ ਮੁਜ਼ੱਫਰਨਗਰ ਦੇ ਵਿੱਚ ਮਹਾਪੰਚਾਇਤ ਹੋਈ ਹੈ, ਜਿੱਥੇ ਕਿ ਠਾਠਾ ਮਾਰ ਦਾ ਇਕੱਠ ਵੇਖਣ ਨੂੰ ਮਿਲਿਆ। ਕਿ ਲੱਗਦਾ ਹੈ ਕਿ ਇਸ ਠਾਠਾ ਮਾਰ ਦੇ ਇਕੱਠ ਨੇ ਮੋਦੀ ਸਰਕਾਰ ਦੀ ਚਿੰਤਾ ਵਧਾਈ ਹੋਣੀ ਹੈ। ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਜਿਵੇਂ ਜਿਵੇਂ ਨੇੜੇ ਚੋਣਾਂ ਆ ਰਹੇ ਨੇ ਉਸ ਦੇ ਚੱਲਦੇ ਜਿਹੜੀ ਕਿ ਬਿਜਲੀ ਸਸਤੀ ਨੂੰ ਲੈ ਕੇ ਹਮੇਸ਼ਾ ਹੀ ਰੌਲਾ ਪੈਂਦਾ ਹੈ, ਪਰ ਬਿਜਲੀ ਸਸਤੀ ਕਿੰਨੀ ਕੁ ਹੁੰਦੀ ਹੈ, ਕਿੰਨਾ ਕੁ ਗਰੀਬ ਲੋਕਾਂ ਨੂੰ ਇਸ ਦਾ ਫਾਇਦਾ ਹੁੰਦਾ, ਇਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਲਗਾਤਾਰ ਅਧਿਆਪਕਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਹਾਲੇ ਤੱਕ ਕਿ ਜਿਹੜੀ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਉੱਤੇ ਕਦੇ ਵੀ ਗੌਰ ਨਹੀਂ ਕੀਤੀ ਜਾਂਦੀ। ਪਰ ਹਾਲ ਹੀ ਦੇ ਵਿੱਚ ਅਧਿਆਪਕ ਦਿਵਸ ਮੌਕੇ ਦੇ ਉੱਤੇ ਇਹਨਾਂ ਅਧਿਆਪਕਾਂ ਨੂੰ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਪੁਰਸਕਾਰ ਦੇ ਕੇ। ਕਿ ਇਹਨਾਂ ਨਾਲ ਜਿਹੜੀਆਂ ਅਧਿਆਪਕਾਂ ਦੀਆਂ ਮੁਸ਼ਕਲਾਂ ਨੇ ਕਿ ਉਹ ਹੱਲ ਹੋਣਗੀਆਂ, ਇਹਨਾਂ ਪੂਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਜੇਕਰ ਤੁਸੀਂ ਵੀ ਇਹਨਾਂ ਪੂਰੇ ਵਿਸ਼ਿਆਂ ਤੇ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਤਾਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ, ਮਿਹਰਬਾਨੀ ਜੀ। ਸੋ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜੀ ਮਹਾਪੰਚਾਇਤ ਸੀ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਹੋਈ ਕਾਫੀ ਉੱਥੇ ਜਿਹੜਾ ਠਾਠਾ ਮਾਰ ਦਾ ਇਕੱਠ ਵੇਖਣ ਨੂੰ ਮਿਲਿਆ। ਕਿ ਲੱਗਦਾ ਢਿੱਲੋਂ ਜੀ ਕਿ ਇਸ ਠਾਠਾ ਮਾਰ ਦੇ ਇਕੱਠ ਨੇ ਕਿਤੇ ਨਾ ਕਿਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੋਣਾ? ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਜਿਵੇਂ ਜਿਵੇਂ ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਣ ਦਾ ਸਮਾਂ ਵੱਧਦਾ ਜਾ ਰਿਹਾ ਹੈ, ਕਿਸਾਨਾਂ ਇਹਨਾਂ ਨੇ ਕਿਹਾ ਸੀ ਕਿ ਹੁਣ ਤਾਂ ਕਿਸਾਨ ਹੈ ਹੀ ਨਹੀਂ ਉੱਥੇ, ਇਹ ਤਾਂ ਪਤਾ ਨਹੀਂ ਕੌਣ ਨੇ ਕੌਣ ਨਹੀਂ, ਲੇਕਿਨ ਇਸ GIC ਮੈਦਾਨ
ਮੁਜ਼ੱਫਰਨਗਰ ਨੇ ਸਾਬਤ ਕਰ ਦਿੱਤਾ ਕਿ ਕਿਸਾਨਾਂ ਦੇ ਮਨ ਦੇ ਵਿੱਚ ਕੇਂਦਰ ਸਰਕਾਰ ਪ੍ਰਤੀ ਕਿੱਡਾ ਵੱਡਾ ਗੁੱਸਾ ਹੈਗਾ। ਔਰ ਕਿਸਾਨਾਂ ਨੇ ਲਗਭਗ 300 ਤੋਂ ਵੱਧ ਕਿਸਾਨ ਜਥੇਬੰਦੀਆਂ 15 ਰਾਜਾਂ ਤੋਂ ਉਹਨਾਂ ਨੇ ਆਪਣੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਉੱਤੇ ਇਹਨੂੰ ਰੱਦ ਕਰਨ ਤੇ ਮੋਹਰ ਲਾ ਦਿੱਤੀ ਕਿ ਰੱਦ ਹੋਣੇ ਚਾਹੀਦੇ, ਮੁੜ ਦੁਬਾਰਾ ਤੋਂ ਬਣਨੇ ਚਾਹੀਦੇ ਨੇ। ਜੀ ਜੀ। ਸੋ ਉੱਥੇ ਕੱਲ ਰਾਕੇਸ਼ ਟਕੈਤ ਹੋਰਾਂ ਨੇ ਇੱਕ ਬਹੁਤ ਕਮਾਲ ਦਾ ਨਾਅਰਾ ਦਿੱਤਾ। ਉਹਨਾਂ ਨੇ ਆਖਿਆ ਅੱਲਾਹੂ ਅਕਬਰ ਤੇ ਪੰਡਾਲ ਵੱਲੋਂ ਆਵਾਜ਼ ਆਈ ਹਰ ਹਰ ਮਹਾਦੇਵ। ਅੱਲਾਹੂ ਅਕਬਰ ਹਰ ਹਰ ਮਹਾਦੇਵ ਭਾਵ ਇਸੇ ਮੁਜ਼ੱਫਰਨਗਰ ਦੇ ਵਿੱਚ ਦੰਗੇ ਹੋਏ ਸਨ। ਉਹ ਦੰਗੇ ਨਹੀਂ ਸੀ, ਇੱਕ ਸਾਜ਼ਿਸ਼ ਤਹਿਤ ਕਤਲੇਆਮ ਸੀ। ਜਿਵੇਂ 1984 ਦੇ ਵਿੱਚ ਦਿੱਲੀ ਦੀਆਂ ਸੜਕਾਂ, ਕਾਨਪੁਰ ਜਾਂ ਹੋਰਾਂ ਥਾਵਾਂ ਤੇ ਹੋਇਆ ਸੀ, ਕਤਲੇਆਮ ਹੋਏ ਸੀ। ਇਹ ਰਾਜਸੀ ਲੋਕ ਆਪਣੀਆਂ ਸਰਕਾਰਾਂ ਬਣਾਉਣ ਵਾਸਤੇ ਮਨੁੱਖਤਾ ਦਾ ਘਾਣ ਕਿਵੇਂ ਕਰਦੇ ਨੇ, ਇਹ ਸਾਡੇ ਸਭ ਦੇ ਸਾਹਮਣੇ ਹੈ। ਔਰ ਤੁਸੀਂ ਦੇਖੋ ਕਿ ਇਹਨਾਂ ਨੇ ਬਹੁਤ ਯਤਨ ਕੀਤੇ। ਜਿਵੇਂ ਆ ਤੁਸੀਂ ਦੇਖਿਆ ਹੋਣਾ ਕਰਨਾਲ ਦੇ ਵਿੱਚ ਵਾਪਰਿਆ, ਉਹ ਵੀ ਇੱਕ ਸੰਕੇਤ ਸੀ ਕਿ ਯੋਗੀ ਸਾਹਿਬ ਕਹਿ ਰਹੇ ਸੀ ਕਿ ਤੁਸੀਂ ਜਿੰਨਾ ਮਰਜ਼ੀ ਆਪਦਾ ਸੰਘਰਸ਼ ਕਰੋ, ਜੇ ਕਾਨੂੰਨ ਹੱਥਾਂ 'ਚ ਲਿਆ ਤਾਂ ਸਬਕ ਸਿਖਾ ਦਿਆਂਗਾ। ਤਾਂ ਉੱਥੇ ਜਿਹੜਾ ਕਈ ਲੱਖਾਂ ਦਾ ਹਜੂਮ ਜਾ ਪਹੁੰਚਿਆ, ਉਹ ਕਿਤੇ ਸਬਕ ਸਿਖਾਉਣ ਮੋਦੀ ਯੋਗੀ ਜੀ ਨੂੰ ਚਲਿਆ ਗਿਆ ਕਿ ਤੁਸੀਂ ਸਬਕ ਸਾਤੋਂ ਸਿੱਖੋ ਜੀ। ਸੋ ਇਸ ਕਰਕੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਕੱਲ੍ਹ ਦੀ ਜਿਹੜੀ ਰੈਲੀ ਹੈ ਉਹਦੇ ਵਿੱਚ ਕਿਸਾਨੀ ਮਾਨਵਤਾ ਦੇ ਅੱਗੇ ਇਹਨਾਂ ਰਾਜਸੀ ਆਗੂਆਂ ਦੀ ਫਿਰਕਾ ਪ੍ਰਸਤੀ ਖਤਮ ਹੋਈ। ਭਾਰੂ ਪਈ ਹੈ ਇਹ ਕੱਲ੍ਹ ਦੀ ਮਾਨਵਤਾ ਦੀ, ਕਿਸਾਨਾਂ ਦੀ ਮਾਨਵਤਾ। ਸੋ ਇਹ ਕੱਲ੍ਹ ਦੀ ਰੈਲੀ ਨਾਲ ਹੁਣ ਇਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣਗੀਆਂ ਕਿ ਇੱਥੇ ਬਸ ਨਹੀਂ। ਇਹ ਕੱਲ੍ਹ ਤਾਂ ਇੱਕ ਫਿਲਮ ਦਾ ਟ੍ਰੇਲਰ ਕਿਹਾ ਕਿਸਾਨਾਂ ਨੇ, ਉਹਨਾਂ ਨੇ ਕੁਝ ਹੋਰ ਪੰਚਾਇਤਾਂ ਕਰਨ ਵਾਸਤੇ ਵੀ ਐਲਾਨ ਕਰ ਦਿੱਤੇ ਨੇ। ਇਹਨਾਂ ਦੇ ਇੱਥੇ ਹੀ ਇਹ ਕਿਸਾਨ ਪੰਚਾਇਤਾਂ ਹੋਰ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 7 ਨੂੰ ਕਰਨਾਲ, 9 ਤੇ 10 ਨੂੰ ਲਖਨਊ, 15 ਨੂੰ ਰਾਜਸਥਾਨ ਦਾ ਜੈਪੁਰ ਵਿਖੇ ਵੀ ਕਿਸਾਨ ਸੰਸਦ ਚਲਾਏ ਜਾਣਗੇ। ਉਹ ਕਿਸਾਨ ਸੰਸਦ ਚਲਾਉਣ ਦਾ ਮਤਲਬ ਇਹ ਹੈ ਕਿ ਆਮ ਲੋਕਾਂ ਨੂੰ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਸੰਬੰਧੀ ਜਾਗਰੂਕ ਕਰਨਾ। ਕਿਸਾਨਾਂ ਦੇ ਵੱਖ-ਵੱਖ ਆਗੂ ਉੱਥੇ ਜਾਣਗੇ। ਇੱਕ ਹੋਰ ਇਸ ਕੱਲ੍ਹ ਦਾ ਜਿਹੜਾ ਕਿਸਾਨ ਮਹਾਪੰਚਾਇਤ ਹੋਈ ਹੈ, ਇਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਜਿੰਨੇ ਵੀ ਭਾਵੇਂ ਹਿੰਦੂ ਆਗੂ ਸੀ, ਸਿੱਖ ਤਾਂ ਚਲੋ ਸੀਗੇ ਜਾਂ ਮੁਸਲਮਾਨ ਆਗੂ ਸੀ ਜਾਂ ਕੋਈ ਹੋਰ ਸੀ, ਬਹੁ ਗਿਣਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਉੱਥੇ ਲਾਏ। ਭਾਵ ਜਿਹੜੇ ਟਕੈਤ ਸਾਹਿਬ ਨੇ, ਮੈਂ ਟਕੈਤ ਸਾਹਿਬ ਦਾ ਜਿਗਰਾ ਬਹੁਤ ਵੱਡਾ ਸਮਝਦਾ ਜੇ ਐਡਾ ਵੱਡਾ ਆਗੂ ਹੋ ਕੇ ਜਿਸ ਤਰੀਕੇ ਨਾਲ ਜਦੋਂ ਉਹਨੇ ਪੰਡਾਲ ਦੇ ਵਿੱਚ ਐਂਟਰੀ ਪਾਈ, ਦਾਖਲਾ ਕੀਤਾ, ਤਾਂ ਲੋਕਾਂ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਜੋਸ਼ ਪੈਦਾ ਹੋ ਗਿਆ। ਲੋਕ ਜੋਸ਼ ਦੇ ਵਿੱਚ, ਜਿਵੇਂ ਕਹਿੰਦੇ ਆ ਨਾ, ਕੋਈ ਕਿਸੇ ਦੇ ਪਿਆਰ 'ਚ ਪਾਗਲ ਹੋ ਜਾਂਦਾ ਹੈਗਾ। ਸੋ ਟਕੈਤ ਸਾਹਿਬ ਦੇ ਪਿਆਰ ਦੇ ਵਿੱਚ ਉੱਥੋਂ ਦੀ ਜਨਤਾ ਜਿਵੇਂ ਪਾਗਲ ਹੋ ਗਈ ਹੁੰਦੀ ਹੈ, ਇਸ ਤਰ੍ਹਾਂ ਦਾ ਕਿਸੇ ਆਗੂ ਦਾ ਜਾਣਾ। ਇਹਦੇ ਬਾਵਜੂਦ ਉਸ ਇਨਸਾਨ ਵੱਲੋਂ ਫੇਰ ਕਹਿਣਾ ਪੰਜਾਬ ਦੇ ਆਗੂਆਂ ਪ੍ਰਤੀ, ਖਾਸ ਕਰ ਸਰਦਾਰ ਬਲਬੀਰ ਸਿੰਘ ਰਾਜੇਵਾਲ, ਜਦੋਂ ਰਾਜੇਵਾਲ ਸਾਹਿਬ ਬੋਲਦੇ ਸੀ ਤਾਂ ਉੱਥੇ ਕੋਈ ਮੰਡੀਰ ਰੌਲਾ ਪਾਉਣ ਲੱਗੀ ਤਾਂ ਟਕੈਤ ਨੇ ਬੜੇ ਗੁੱਸੇ ਭਰੇ ਸ਼ਬਦਾਂ 'ਚ ਕਿਹਾ ਵੀ ਇਹ ਬੰਦੇ ਕੌਣ ਨੇ, ਇਹਨਾਂ ਦੀਆਂ ਕੱਲੇ ਦੀਆਂ ਜੇਬਾਂ ਫਰੋਲਦੇ ਆ, ਪਤਾ ਲੱਗੂਗਾ ਇਹਨਾਂ ਨੂੰ ਭਾਜਪਾ ਵੱਲੋਂ ਭੇਜਿਆ ਵਾ। ਇਹ ਅਕਸਰ ਹੀ ਹੁੰਦਾ ਸੀ, ਤੁਸੀਂ ਦੇਖਿਆ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿੱਥੇ ਨਰਿੰਦਰ ਮੋਦੀ ਜੀ ਰੈਲੀ ਕਰਨ ਜਾਂਦੇ ਸੀ, ਇਹ ਭੱਦਰ ਪੁਰਸ਼ ਉੱਥੇ ਪਹੁੰਚ ਜਾਂਦੇ ਸੀ, ਹਰ ਹਰ ਮੋਦੀ, ਹਰ ਹਰ ਘਰ ਘਰ ਮੋਦੀ, ਇਸ ਤਰ੍ਹਾਂ ਦਾ ਕੀਤਾ ਜਾਂਦਾ। ਅੱਜ ਕੱਲ੍ਹ ਕਿਰਾਏ ਤੇ ਬੜੇ ਲੋਕ ਮਿਲ ਜਾਂਦੇ ਨੇ। ਸਾਡੇ ਪੰਜਾਬ ਦੇ ਵਿੱਚ ਵੀ ਇੱਕ ਪਾਰਟੀ ਦੇ ਇਕੱਠਾਂ ਦੇ ਉੱਤੇ ਲੋਕਾਂ ਵੱਲੋਂ ਦੋਸ਼ ਲਾਏ ਜਾਂਦੇ ਆ ਕਿ 150 ਰੁਪਏ ਦੀ ਦਿਹਾੜੀ ਵਾਲੇ ਚੱਲੇ ਨੇ। ਸੋ ਲੋਕਤੰਤਰ ਦੇ ਵਿੱਚ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਟਕੈਤ ਸਾਹਿਬ ਨੇ ਜਿਹੜਾ ਸਿਹਰਾ ਫੇਰ ਸਾਡੇ ਪੰਜਾਬ ਦੇ ਆਗੂਆਂ ਦੇ ਸਿਰ ਤੇ, ਕਹਿੰਦੇ ਪੰਚ ਵੀ ਉਹੀ, ਮੰਚ ਵੀ ਉਹੀ। ਸੋ ਉਹਨਾਂ ਵੱਲੋਂ ਇਹਨਾਂ ਪੰਜਾਬ ਦੇ ਆਗੂਆਂ ਦਾ ਸਤਿਕਾਰ ਦੇਣਾ, ਹਰਿਆਣਾ ਦੇ ਆਗੂਆਂ ਨੂੰ ਸਤਿਕਾਰ ਦੇਣਾ, ਦੂਜੇ ਰਾਜਾਂ ਦੇ ਆਗੂਆਂ ਨੂੰ ਸਤਿਕਾਰ ਦੇਣਾ ਆਪਣੇ ਆਪ ਦੇ ਵਿੱਚ ਵਿਲੱਖਣ ਗੱਲਬਾਤ ਹੀ ਨਹੀਂ। ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਮੈਂ
ਬਾਰਡਰਾਂ ਤੋਂ ਵਾਪਸ ਮੁੜ ਕੇ ਨਹੀਂ ਆਵਾਂਗਾ, ਜਾਂ ਤਾਂ ਸਾਨੂੰ ਕਬਰਸਤਾਨ 'ਚ ਪਾ ਦਿਓ ਤਾਂ ਆਵਾਂਗਾ ਵਾਪਸ ਮੁੜ ਕੇ, ਨਹੀਂ ਇਹ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਹੀ ਵਾਪਸ ਪਰਤਾਂਗੇ। ਸੋ ਇਹੋ ਜਿਹੇ ਆਗੂ ਬਹੁਤ ਘੱਟ ਸਮੇਂ ਮਸਾਂ ਹੀ ਪੈਦਾ ਹੁੰਦੇ ਨੇ। ਉਹਨਾਂ ਦਾ ਪਿਛੋਕੜ ਵੀ ਕਿਸਾਨੀ ਨਾਲ ਹੈ, ਕਿਉਂਕਿ ਉਹਨਾਂ ਦੇ ਪਿਤਾ ਸ਼੍ਰੀ ਸਰਦਾਰ ਮਹਿੰਦਰ ਸਿੰਘ ਟਕੈਤ ਉਹ ਵੀ ਕਿਸਾਨਾਂ ਦੇ ਬਹੁਤ ਵੱਡੇ ਆਗੂ ਹੁੰਦੇ ਸੀ। ਜਿਸ ਵੇਲੇ ਇਹ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਉਦੋਂ ਇਹ ਦੋਏ ਜਥੇਬੰਦੀਆਂ ਇੱਕੋ ਹੁੰਦੀਆਂ ਸੀ। ਇਹਨਾਂ ਨੇ 80 ਦੇ ਨੇੜੇ ਤੇੜੇ ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਸੀ, ਬਹੁਤਾ ਲੰਬਾ ਸਮਾਂ ਚੱਲਿਆ ਸੀ ਉਹ ਵੀ ਧਰਨਾ। ਉਸ ਵੇਲੇ ਸ਼੍ਰੀ ਮਹਿੰਦਰ ਸਿੰਘ ਟਕੈਤ ਹੋਰੀ ਇੱਥੇ ਪੰਜਾਬ ਦੇ ਵਿੱਚ ਵੀ ਆਇਆ ਕਰਦੇ ਸਨ। ਸੋ ਟਕੈਤ ਸਾਹਿਬ ਦਾ ਜਿਹੜਾ ਪਿਛੋਕੜ ਹੈ ਉਹ ਕਿਸਾਨੀ ਦੇ ਨਾਲ ਹੈ, ਕਿਸਾਨੀ ਪਰਿਵਾਰਾਂ 'ਚੋਂ ਹੈ। ਸੋ ਇਹਦੇ ਵਿੱਚ ਉਹਨਾਂ ਵੱਲੋਂ ਕੱਲ੍ਹ ਜਿਹੜੀ ਜਿੰਨਾ ਵੀ ਉੱਥੇ ਕਿਹਾ ਗਿਆ ਕਿ ਅਸੀਂ ਹੁਣ ਟਿਕ ਕੇ ਬੈਠਣ ਵਾਲੇ ਨਹੀਂ, ਅਸੀਂ ਇਹਦਾ ਬਹੁਤ ਵੱਡੀ ਪੱਧਰ ਦੇ ਉੱਤੇ ਵਿਰੋਧ ਕਰਾਂਗੇ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਪਰਤਾਂਗੇ। ਉਹਨਾਂ ਦੇ ਨਾਲ ਰਾਜੇਵਾਲ ਸਾਹਿਬ ਨੇ ਕਿਹਾ ਕਿ ਇਹ ਕਾਨੂੰਨ ਰੱਦ ਹੋਣਗੇ ਕਿਉਂਕਿ ਲੋਕਾਂ ਨੇ ਇਹਦੇ ਤੇ ਮੋਹਰ ਲਾ ਦਿੱਤੀ ਹੈ। ਇਸੇ ਤਰ੍ਹਾਂ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ, ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ, ਉਹਨਾਂ ਨੇ ਆਖਿਆ ਕਿ ਕਿਸਾਨਾਂ ਦਾ ਸਤਿਕਾਰ ਕਰਨਾ ਸਿੱਖੋ। ਉਹਦੇ ਚਾਚੇ ਦੇ ਮੁੰਡੇ ਵਰਨ ਗਾਂਧੀ ਨੇ ਵੀ ਕਿਹਾ ਕਿਸਾਨਾਂ ਦਾ ਸਤਿਕਾਰ ਕਰਨਾ ਸਿੱਖੋ। ਇਸੇ ਤਰ੍ਹਾਂ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਕਿਸਾਨਾਂ ਅੱਗੇ ਮੋਦੀ ਸਾਹਿਬ ਹੰਕਾਰ ਨਹੀਂ ਚੱਲਦਾ। ਇਹ ਕਿਸਾਨ ਇਸੇ ਦੇਸ਼ ਦੇ ਨੇ, ਉੱਥੇ ਕੋਈ ਗਾਇਕ ਨਹੀਂ ਬੁਲਾਇਆ ਗਿਆ ਸੀ। ਔਰ ਮੇਰਾ ਖਿਆਲ ਹੈ ਪੂਰਾ ਜਦੋਂ 11 ਵਜੇ ਤੋਂ ਮੰਚ ਚੱਲਿਆ ਤੇ 5 ਵਜੇ ਤੱਕ ਮੰਚ ਚੱਲਦਾ ਰਿਹਾ, ਕਿਸੇ ਵੀ ਇੱਕ ਥਾਂ ਦੇ ਉੱਤੇ ਕੋਈ ਦੂਜਾ ਨਹੀਂ, ਸਿਰਫ ਤੇ ਸਿਰਫ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਨੂੰ ਹਾਜ਼ਰੀਨ ਲੋਕਾਂ ਨੇ ਬਹੁਤ ਪਸੰਦ ਕੀਤਾ। ਤੋ ਐਡੇ ਵੱਡੇ ਸਮਾਗਮ ਦੇ ਵਿੱਚ ਮਾੜਾ ਮੋਟਾ ਜੇ ਕੁਝ ਹੋਇਆ ਹੋਵੇਗਾ ਉਹਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈਗਾ, ਕਿਉਂਕਿ ਅਸੀਂ ਘਰ ਦੇ ਵਿੱਚ ਵੀ ਕੋਈ ਵਿਆਹ ਕਰ ਲਈਏ ਇੱਕ ਤਾਂ ਫੁੱਫੜ ਕਈ ਵਾਰੀ ਰੁੱਸੀ ਜਾਂਦਾ ਹੈਗਾ, ਪਰ ਇੱਥੇ ਅਜਿਹਾ ਨਹੀਂ ਵਾਪਰਿਆ। ਇੱਥੇ ਸਾਰਿਆਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਮੈਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੇ ਇਕੱਲੇ ਕਿਸਾਨਾਂ ਨੂੰ ਨਹੀਂ, ਵੱਖ-ਵੱਖ ਉਹਨਾਂ ਵਰਗਾਂ ਨੂੰ ਜਿਨ੍ਹਾਂ ਨੇ ਬਾਜ਼ਾਰਾਂ ਦੇ ਵਿੱਚ ਲੰਗਰ ਲਾਏ, ਜਿਹੜੇ ਲੰਗਰ ਸੜਕਾਂ ਦੇ ਉੱਤੇ ਲੰਗੇ ਸੀ ਉਹਨਾਂ ਨੂੰ ਛੱਡ ਦਿਓ। ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਮੈਨੂੰ ਦੱਸਿਆ ਕਿ ਸਾਡਾ ਕੁਝ ਲੋਕ ਰਾਹ ਭੁੱਲ ਗਏ। ਉਹਨਾਂ ਨੇ ਇੱਕ ਥਾਂ ਦੇ ਉੱਤੋਂ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਅਸੀਂ ਉਧਰ ਨੂੰ ਜਾਣਾ ਹੈ, ਤਾਂ ਜਿੰਨੇ ਕੁ ਉੱਥੇ 4-5 ਕਿਸਾਨ ਬੈਠੇ ਸੀ ਜਾਂ ਹੋਰ ਲੋਕ ਬੈਠੇ ਸੀ, ਉਹ ਕਹਿੰਦੇ ਸਰਦਾਰ ਜੀ ਪਹਿਲਾਂ ਤੁਸੀਂ ਉਹ ਸਾਡੇ ਮਹਿਮਾਨ, ਤੁਸੀਂ ਪਹਿਲਾਂ ਬੈਠੋ, ਚਾਹ ਛਕੋ। ਜੇ ਕਿਸੇ ਨੇ ਪ੍ਰਸ਼ਾਦਾ ਛਕਣਾ ਤਾਂ ਪ੍ਰਸ਼ਾਦਾ ਵੀ ਤਿਆਰ ਹੈ, ਉਹਨਾਂ ਨੇ ਲੰਗਰ ਤਿਆਰ ਕੀਤਾ ਹੋਇਆ ਸੀ। ਲੇਕਿਨ ਉਹਨਾਂ ਨੇ ਦੱਸਿਆ ਕਿ ਅਸੀਂ ਰਸਤੇ 'ਚ ਲੰਗਰ ਛਕ ਕੇ ਆਏ ਹਾਂ, ਤਾਂ ਫਿਰ ਵੀ ਉਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਚਾਹ ਛਕਾਈ। ਉਸ ਤੋਂ ਬਾਅਦ ਬੰਦਾ ਨਾਲ ਭੇਜਿਆ ਜਿਹੜਾ ਉਹਨਾਂ ਨੂੰ ਸਿੱਧੇ ਰਾਹ ਪਾ ਕੇ ਆਇਆ। ਜਦੋਂ ਇਸ ਤਰ੍ਹਾਂ ਦਾ ਜਜ਼ਬਾ ਕਿਸੇ ਸੰਘਰਸ਼ ਵਿੱਚ ਉੱਠ ਪਵੇ, ਇਸ ਤੋਂ ਇਲਾਵਾ ਸਭ ਤੋਂ ਵੱਧ ਨੌਜਵਾਨ ਜਿਹੜੇ ਯੁਵਾ ਪੀੜ੍ਹੀ ਸੀ, ਜਿਨ੍ਹਾਂ ਨੇ ਉੱਥੇ ਡਿਊਟੀਆਂ ਸੰਭਾਲੀਆਂ ਹੋਈਆਂ ਸੀ, ਉਹਨਾਂ ਦੀ ਭੂਮਿਕਾ ਵੀ ਬੜੀ ਅਹਿਮ ਮੰਨੀ ਜਾਂਦੀ ਹੈ। ਸੋ ਇਸ ਕਿਸਾਨੀ ਅੰਦੋਲਨ ਨੇ ਜਿਵੇਂ ਲੋਕਾਂ ਦੇ ਵਿੱਚ ਇੱਕ ਅਲਖ ਜਗਾਈ ਹੈ, ਲੋਕਾਂ 'ਚ ਇੱਕ ਜਾਗਰੂਕਤਾ ਲਿਆਂਦੀ ਹੈ, ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਪ੍ਰੇਰਿਤ ਕੀਤਾ ਹੈਗਾ, ਇਹ ਆਪਣੇ ਆਪ ਦੇ ਵਿੱਚ ਅਹਿਮ ਹੈ। ਇਸੇ ਕਰਕੇ ਉੱਥੇ ਜਿਹੜਾ ਹੈਗਾ ਆ ਕੁਝ ਭਾਜਪਾਈਆਂ ਨੂੰ ਮਿਰਚਾਂ ਜ਼ਰੂਰ ਲੱਗੀਆਂ ਨੇ। ਕਹਿੰਦੇ ਜੀ ਇਹ ਤਾਂ ਰਾਜਨੀਤੀ ਕਰ ਰਹੇ ਨੇ ਕਿਸਾਨ, ਰਾਜਨੀਤੀ ਦਾ ਠੇਕਾ ਤੁਸੀਂ ਇਕੱਲਿਆਂ ਨੇ ਲਿਆ ਕਿ ਬਾਕੀ ਰਾਜਨੀਤੀ ਕੋਈ ਕਰ ਨਹੀਂ ਸਕਦਾ, ਕਿਉਂਕਿ ਨਰਿੰਦਰ ਮੋਦੀ ਇਸ ਵੇਲੇ ਤੁਹਾਡਾ ਪ੍ਰਧਾਨ ਮੰਤਰੀ ਹੈ, ਤਾਂ ਠੇਕਾ ਇਕੱਲਾ ਤੁਹਾਡੇ ਕੋਲ ਆ, ਬਾਕੀ ਤਾਂ ਰਾਜਨੀਤੀ ਕਰਨ ਦਾ ਅਧਿਕਾਰ ਹੀ ਨਹੀਂ ਕਿਸੇ ਨੂੰ। ਉਹ ਤਾਂ ਸੋ ਇਹਨਾਂ ਦੇ ਮੂੰਹ ਪਾਟ ਆਗੂ ਮੈਨੂੰ ਇੱਥੇ ਕਹਿੰਦੇ ਆ ਕੋਈ ਉਹ ਨਹੀਂ ਹੈ। ਕੱਲ ਇੱਕ ਟੀਵੀ ਦੀ ਤੁਹਾਡੇ ਵਰਗੀ ਐਂਕਰ ਇੰਨੀ ਕੁ ਉਮਰ ਦੀ ਸੀ, ਉਹਨੂੰ ਜਿਹੜਾ ਉਹ ਇਹਨਾਂ ਦਾ ਇੱਕ ਮੂੰਹ ਪੱਟ ਆਗੂ ਹੈ ਹਰਜੀਤ ਗਰੇਵਾਲ, ਉਹਨੂੰ ਪੁੱਛਦਾ ਵੀ ਤੇਰੇ ਪਿਤਾ ਦਾ ਸਬੂਤ ਦੇ ਕੀ ਆ ਵੀ ਉਹ ਤੇਰਾ ਹੀ ਪਿਤਾ ਹੈ। ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਨੂੰ। ਔਰ ਜੋ ਫਿਟਲਾਹਨਤ ਬਾਅਦ ਦੇ ਵਿੱਚ ਲੋਕਾਂ ਨੇ ਪਾਈ ਹੈ, ਫਿਟਲਾਹਨਤ ਤਾਂ ਉਹਨੂੰ ਪਹਿਲੇ ਦਿਨ ਤੋਂ ਹੀ ਪਈ ਵੀ ਹੈ। ਉਹ ਆਪਦੇ ਪਿੰਡ ਧਨੌਲੇ 'ਚ ਵੜ ਨਹੀਂ ਸਕਦਾ, ਵੜ ਕੇ ਦਿਖਾਵੇ। ਕਿਸਾਨ ਉੱਥੇ ਜਾ ਘੇਰਦੇ ਨੇ ਇਹ ਜਿਹੇ ਆਗੂਆਂ ਜਿਹੜੇ ਆਪਦੇ ਆਪ ਨੂੰ ਆਗੂ ਕਹਾਉਂਦੇ ਨੇ। ਪਹਿਲੀ ਗੱਲ ਤਾਂ ਆਗੂ ਕਹਾਉਣ ਦੇ ਇਹੋ ਜਿਹੇ ਲੋਕ ਯੋਗ ਹੀ ਨਹੀਂ। ਇਹਨਾਂ ਨੂੰ ਥੋੜਾ ਬਹੁਤਾ ਸੋਚ ਸਮਝ ਕੇ ਬੋਲਣਾ ਚਾਹੀਦਾ। ਇਹ ਉਸ ਦੇ ਵਿੱਚ ਖੜੇ ਨੇ ਕਿ ਸ਼ਾਇਦ ਮੋਦੀ ਸਾਹਿਬ ਕੋਈ ਟੁਕੜਾ ਇਹਨਾਂ ਨੂੰ ਵੀ ਸਿੱਟ ਦੇਣ, ਇਹ ਚੱਕ ਲੈਣ।
ਇਸੇ ਕਰਕੇ ਗਿੱਠ ਪਾਟੇ ਆ ਮੂੰਹ ਇਹਨਾਂ ਦੇ ਕੰਨਾਂ ਤੱਕ, ਤੇ ਜਦੋਂ ਵੀ ਆਵਾਜ਼ ਕੱਢਦੇ ਆ ਪਾਟੇ ਢੋਲ ਵਰਗੀ ਕੱਢਦੇ ਆ। ਇਹਨਾਂ ਨੂੰ ਕੁਝ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਹੈ। ਜਿਹੜੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਜਿਹੜੇ ਕਿਸਾਨਾਂ ਦੇ ਹੱਕ 'ਚ ਜ਼ਰੂਰ ਬੋਲਦੇ ਨੇ, ਲੇਕਿਨ ਬਹੁਤ ਗਿਣਤੀ ਇਹ ਸਾਰੇ ਪਿੱਠ ਕਰੀ ਖੜੇ ਨੇ। ਵੋਟਾਂ ਤੁਸੀਂ ਇੱਥੋਂ ਲੈਣੀਆਂ ਨੇ, ਵੋਟਾਂ ਤੁਸੀਂ ਪਾਕਿਸਤਾਨ, ਅਫਗਾਨਿਸਤਾਨ ਜਾਂ ਲੰਕਾ ਤੋਂ ਨਹੀਂ ਲੈਣ ਜਾਣਾ। ਸੋ ਇਸ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਭੂਮਿਕਾ ਤਾਂ ਇਹ ਅਦਾ ਕਰਨੀ ਚਾਹੀਦੀ ਸੀ ਕਿ ਕਿਸਾਨੀ ਅੰਦੋਲਨ ਨੂੰ ਖਤਮ ਕਰਾਉਣ ਵਾਸਤੇ ਇਹ ਇੱਕ ਪੁਲ ਦਾ ਕੰਮ ਕਰਦੇ, ਪਰ ਇਹਨਾਂ ਦੇ ਪਾਟੇ ਮੂੰਹ ਜਿਹੜੀਆਂ ਆਵਾਜ਼ਾਂ ਕੱਢਦੇ ਨੇ ਇਹ ਕਿਸਾਨਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕੱਲ ਉਹਦੀ ਇਸ ਆਵਾਜ਼ ਤੋਂ ਬਾਅਦ ਉਸ ਲੜਕੀ ਨੇ ਬੜੇ ਸਤਿਕਾਰ ਸਹਿਤ ਕਿਹਾ ਕਿ ਮੈਂ ਤਾਂ ਤੁਹਾਡੇ ਬੱਚਿਆਂ ਵਰਗੀਆਂ। ਇਹਦੇ ਬਾਵਜੂਦ ਫਿਰ ਜਿਹੜੀ ਫਿਟਲਾਂਤ ਪਈ ਹੈ ਚੈਨਲਾਂ ਦੇ ਉੱਤੇ, ਵੱਖ-ਵੱਖ ਮਾਧਿਅਮਾਂ ਦੇ ਉੱਤੇ, ਉਹ ਸਭ ਦੇ ਸਾਹਮਣੇ। ਜੀ ਢਿੱਲੋਂ ਜੀ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਤਿ ਸ਼੍ਰੀ ਅਕਾਲ ਕੁਲਾਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਕੁਲਾਰ ਬੋਲਦਾ ਅੰਡਾਰੀ ਉਦੋਂ। ਬ੍ਰਦਰ, ਸਭ ਤੋਂ ਪਹਿਲਾਂ ਤਾਂ ਨਾ ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ ਜਿੰਦਾਬਾਦ। ਯੂਪੀ ਦੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਮਹਾ ਪੰਚਾਇਤ ਨੇ ਯੂਪੀ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਮੈਂ ਐਡਾ ਵੱਡਾ ਬੇਸ਼ਰਮ ਬੰਦਾ ਕਦੀ ਪ੍ਰਧਾਨ ਮੰਤਰੀ ਨਹੀਂ ਦੇਖਿਆ ਜਿਹੜਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਆਪਣੀ ਕੁਰਸੀ ਤੇ ਬੇਸ਼ਰਮਾਂ ਵਾਂਗੂ ਟਿਕ ਕੇ ਬੈਠਾ। ਦੂਸਰੀ ਗੱਲ ਹੈ ਕਿ ਸਾਡੇ ਪੰਜਾਬ ਦੇ ਆਗੂਆਂ ਨੂੰ ਵੀ ਇਹਦੇ ਵੱਲ ਵੇਖ ਕੇ ਕੁਝ ਮੱਤ ਲੈ ਲੈਣੀ ਚਾਹੀਦੀ ਹੈ। ਜੋ ਕੁਝ ਸੁਖਬੀਰ ਬਾਦਲ ਕਰ ਰਿਹਾ ਉਹ ਕੋਈ ਸਾਡੇ ਭਲੇ ਦੀਆਂ ਗੱਲਾਂ ਕਰ ਰਿਹਾ, ਜਾਂ ਕੈਪਟਨ ਕਰ ਰਿਹਾ ਕੋਈ ਸਾਡੇ ਭਲੇ ਦੀਆਂ ਗੱਲਾਂ ਕਰ ਰਿਹਾ? ਕੁਛ ਨਹੀਂ ਕਰ ਰਿਹਾ। ਡਟ ਮਿਲ ਕੇ ਕਿਸਾਨਾਂ ਦਾ ਸਾਥ ਦਿਓ ਬ੍ਰਦਰ। ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ ਜਿੰਦਾਬਾਦ। ਓਕੇ ਬ੍ਰਦਰ ਜੀ, ਸ਼ੁਕਰੀਆ। ਤੇ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਨੇ ਢਿੱਲੋਂ ਸਾਹਿਬ ਜੀ, ਉਹਨਾਂ ਨਾਲ ਵੀ ਗੱਲਬਾਤ ਕਰ ਜੀ ਰਹੇ ਹਾਂ। ਜੀ ਜੀ। ਹੈਲੋ ਬੀਬੀ ਅਤੇ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਰਾ ਸਿੰਘ ਜੀ। ਢਿੱਲੋਂ ਸਾਹਿਬ, ਤੁਹਾਡੀ ਮਿਹਨਤ ਰੰਗ ਲਿਆ ਰਹੀ ਹੈ। ਕਿਸਾਨੀ ਮੋਰਚਾ ਮੰਡਲ ਵੱਲ ਤਾਂ ਵੱਧ ਹੀ ਰਿਹਾ ਹੈ, ਨਾਲ ਭਾਈਚਾਰਾ ਸਾਂਝ ਵੀ ਵਧਾ ਰਿਹਾ ਹੈ। ਜਿਸ ਜਗ੍ਹਾ ਤਰ੍ਹਾਂ ਆਪ ਜੀ ਨੇ ਪਹਿਲਾਂ ਵੀ ਦੱਸਿਆ, ਜਿਸ ਜਗ੍ਹਾ ਤੇ 2013 ਵਿੱਚ ਜਾਤੀਵਾਦ ਦੰਗੇ ਹੋਏ ਸਨ, ਉੱਥੇ ਭਾਈਚਾਰਾ ਸਾਂਝ ਕਾਇਮ ਹੋਈ ਹੈ। ਬੇਗੈਰਤ ਸਰਕਾਰ ਦੇ ਮੂੰਹ ਤੇ ਚਪੇੜ ਹੈ। ਇਹ ਸਰਕਾਰ ਨੂੰ ਹੁਣ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਹੈਂਕੜ ਛੱਡ ਕੇ ਅਸਲੀਅਤ ਨੂੰ ਸਮਝ ਕੇ ਕਿਸਾਨੀ ਮਸਲਾ ਹੱਲ ਕਰਕੇ ਪਛਤਾਵਾ ਕਰ ਲੈਣਾ ਚਾਹੀਦਾ ਹੈ। ਨਹੀਂ ਤਾਂ ਅਫਗਾਨਿਸਤਾਨ ਵਾਂਗੂ ਮੁਲਕ ਛੱਡਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਵੈਸੇ ਤਾਂ ਗੁਜਰਾਤੀ ਭਾਈਵਾਲ ਤਾਂ ਤੁਸੀਂ ਪਹਿਲਾਂ ਹੀ ਵਿਦੇਸ਼ ਪੈਸੇ ਦੇ ਕੇ ਭੇਜ ਦਿੱਤੇ ਹਨ, ਜਗ੍ਹਾ ਤੁਸੀਂ ਟਿਕਾਣਾ ਉੱਥੇ ਬਣਾ ਲਿਆ, ਪਰ ਹੋਰ ਖੂਨ ਖਰਾਬਾ ਨਾ ਕਰਾਓ। ਬਾਕੀ ਪੰਜਾਬ ਦੇ ਬੇਗੈਰਤ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਦਾ ਚੱਕਰ ਛੱਡ ਕੇ ਦਿੱਲੀ ਵੱਲ ਭੀੜਾਂ ਕੱਟ ਦੇਣੇ ਚਾਹੀਦੇ ਹਨ, ਨਹੀਂ ਤਾਂ ਪਰਿਵਾਰਾਂ ਸਮੇਤ ਆਇਲਟ ਕਰ ਲੈਣੀ ਚਾਹੀਦੀ ਹੈ। ਹੋਰ ਤਾਂ ਕੋਈ ਹੱਲ ਹੈ ਨਹੀਂ। ਧੰਨਵਾਦ ਜੀ ਜੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹੈਲੋ ਹੈਲੋ, ਹਾਂਜੀ। ਆਓ ਰਾਮ ਸ਼ਰਮਾ ਜੀ। ਹਾਂਜੀ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਢਿੱਲੋਂ ਅਕਾਲ ਜੀ। ਸਾਹਿਬ, ਗੱਲ ਦਰਅਸਲ ਇਹ ਹੈ ਜੀ ਕਿ ਕਿਸਾਨ ਹੈ ਜਿੱਧਰ ਨੂੰ ਵੀ ਮੂੰਹ ਕਰ ਲਵੇ ਜਾਂ ਜਿਹੜਾ ਵੀ ਤਹਈਆ ਕਰ ਲਵੇ ਉਸ ਤੇ ਕਦੇ ਫੇਲ ਨਹੀਂ ਹੁੰਦਾ। ਚਾਹੇ ਫਸਲ ਦੀ ਬੀਜ ਬਿਜਾਈ ਤੇ ਕਟਾਈ ਤੇ ਕਿਸੇ ਪਾਸੇ ਵੀ ਕੁਛ ਵੀ ਹੋਵੇ, ਹਮੇਸ਼ਾ ਕਾਮਯਾਬ ਹੁੰਦਾ, ਕਿਉਂਕਿ ਇੱਕ ਮਿਹਨਤੀ ਬੰਦਾ ਔਰ ਮਿਹਨਤ ਦੇ ਨਾਲ ਇਹ ਇੱਕ ਦਾਣਾ ਬੀਜਦਾ ਤੇ ਕਿੰਨੇ ਦਾਣੇ ਉਹਦੇ ਵਿੱਚੋਂ ਪੁੰਗਰ ਕੇ ਬਾਹਰ ਆਉਂਦੇ ਆ। ਪਰ ਜਿਹੜੀ ਗੌਰਮੈਂਟ ਦੇ ਹਾਲਾਤ ਆ ਨਾ, ਗੌਰਮੈਂਟ ਦੇ ਹਾਲਾਤ ਜਦੋਂ ਦਾ ਮੈਂ ਸੁਰਤ ਅਸੈਂਬਲੀ ਆ ਜਾਂ ਅਖਬਾਰ ਚ ਆ ਕੇ, ਉਦੋਂ ਨਵਾਂ ਜ਼ਮਾਨਾ ਹੁੰਦਾ ਸੀ, ਕੁਛ ਇਹੋ ਜਿਹੇ ਇਸ ਟਾਈਪ ਦੇ ਅਕਾਲੀ ਪੱਤਰਕਾਰ ਜਾਂ ਪਿੰਡਾਂ ਦੇ ਵਿੱਚ ਮੇਲ ਦੇ ਵਿੱਚ ਇਹੋ ਜਿਹੇ ਅਖਬਾਰ ਆਉਂਦੇ ਹੁੰਦੇ ਸੀ। ਉੱਥੋਂ ਤੋਂ ਲੈ ਕੇ ਮੈਂ ਹੁਣ ਤਰ੍ਹਾਂ ਦਾ ਨਿਕੰਮਾ ਜਿਹੜਾ ਸਿਸਟਮ ਆ ਜੀ ਉਹ ਨਹੀਂ ਦੇਖਿਆ। ਕਿ ਤੁਸੀਂ ਇਹ ਦੇਖੋ ਕਿ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ, ਕਿੱਡੇ ਕਿੱਡੇ ਮੋਰਚੇ ਲੱਗੇ। ਕਈ ਦਫਾ ਮੈਂ ਸੋਚਦਾ ਕਿ ਇੱਕ ਮੋਰਚਾ ਮੇਰੀ ਸੁਰਤ ਦੇ ਵਿੱਚ ਜ਼ਿਆਦਾ ਦੇਰ ਨਹੀਂ ਹੋਈ ਲੱਗਾ ਸੀਗਾ ਜਦੋਂ ਕਿ 20 ਜਾਂ 30 ਜਾਂ 25 ਬੰਦੇ ਜਿਹੜੇ ਸੀ ਉਹ ਨਿਤ ਦਿੱਲੀ ਜਾ ਕੇ ਜਿਹੜੇ ਸੀ ਉਹ ਗ੍ਰਿਫਤਾਰੀ ਦਿੰਦੇ ਸੀ। ਮੈਂ ਇਹ ਹਿਸਾਬ ਲਾਉਣਾ ਕਿ ਉਹਦੇ ਨਾਲੋਂ, ਇਸ ਮੋਰਚੇ ਨਾਲੋਂ ਉਹ ਮੋਰਚਾ ਚੰਗਾ ਸੀਗਾ, ਕਿਉਂਕਿ ਉਹਦੇ ਵਿੱਚ ਇਹ ਸੀਗਾ ਕਿ ਗੌਰਮੈਂਟ ਨੂੰ ਉਹਨਾਂ ਦੇ ਪੈਣ ਦਾ, ਉਹਨਾਂ ਨੂੰ ਰੋਟੀ ਦਾ, ਉਹਨਾਂ ਦਾ ਬੰਦੋਬਸਤ ਕਰਨਾ ਪੈਂਦਾ ਸੀ। ਭਾਵੇਂ ਉਹਨਾਂ ਨੂੰ ਦੂਜੇ ਦਿਨ ਜੇਲ੍ਹ ਦਾ ਦਰਵਾਜ਼ਾ ਖੋਲ ਕੇ ਕੱਢ ਦਿੰਦੇ ਸੀ, ਉਹ ਜਿਵੇਂ ਬੱਸਾਂ ਟ੍ਰੇਨਾਂ ਤੇ ਚੜ੍ਹ ਕੇ ਆਉਂਦੇ ਸੀ ਉਵੇਂ ਮੁੜ ਆਉਂਦੇ ਸੀ, ਪਰ ਸਰਕਾਰ ਨੂੰ ਜਾਂ ਦਿੱਲੀ ਨੂੰ ਪਤਾ ਲੱਗਦਾ ਸੀ ਕਿ ਕੀ ਗੱਲ ਆ। ਇਹ ਮੋਰਚੇ ਦੇ ਉੱਤੇ ਜਿੰਨਾ ਜ਼ੋਰ ਤੇ ਜਿੰਨਾ ਇਹਨੇ ਤੁਲ ਫੜਿਆ, ਉਹ ਜਿਹੜਾ ਸੀਗਾ ਜੋ ਇਹਦਾ ਪ੍ਰਭਾਵ ਪੈਣਾ ਚਾਹੀਦਾ ਸੀਗਾ ਉਹ ਪ੍ਰਭਾਵ ਪਤਾ ਨਹੀਂ ਕਿਉਂ ਨਹੀਂ ਪੈ ਰਿਹਾ। ਉਹਦੇ ਵਾਸਤੇ ਇਹਨਾਂ ਨੂੰ ਆਪਦਾ ਐਟੀਟਿਊਡ ਬਦਲਣਾ ਪਊਗਾ, ਆਪਦੀ ਜਿਹੜੀ ਰਾਜਨੀਤੀ ਆ ਉਹ ਬਦਲਣੀ ਪਊਗੀ, ਕਿਉਂਕਿ ਜਿਹੜੀ ਸਰਕਾਰ ਆ ਨਾ ਇਹਨਾਂ ਦੇ ਪੈਰ ਥੱਲੇ ਬਟੇਰਾ ਆਇਆ ਵਾ, ਸਭ ਲੁੱਟ ਖਸੁੱਟ ਤੇ ਹੋਏ ਵੇ ਆ।
ਕਿਸੇ ਮਿਨਿਸਟਰ ਦਾ ਅਕਾਊਂਟ ਦੇਖ ਲਓ, ਕਿਸੇ ਦਾ ਕੁਝ ਦੇਖ ਲਓ ਕਿ ਕਿੰਨਾ ਪੈਸਾ ਜਿਹੜਾ ਹੈਗਾ ਸਵਿਟਜ਼ਰਲੈਂਡ ਨੂੰ ਤੇ ਦੂਜਿਆਂ ਮੁਲਕਾਂ ਨੂੰ ਜਾ ਰਿਹਾ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ, ਕਿਉਂਕਿ ਇਹਨਾਂ ਨੇ ਇਸੇ ਲੋਕਾਂ ਨੂੰ ਜਿਹੜਾ ਹੈਗਾ ਉਸ ਮੋਰਚੇ 'ਚ ਲਿਆਇਆ ਹੋਇਆ ਤੇ ਦੇਸ਼ ਨੂੰ ਲੁੱਟੀ ਜਾਂਦੇ ਆ ਇਹ। ਇਸ ਕਰਕੇ ਇਹਦੇ ਵਾਸਤੇ ਕੋਈ ਐਟੀਟਿਊਡ ਹੈ ਜਿਹੜਾ ਉਹ ਬਦਲਣਾ ਚਾਹੀਦਾ, ਜਿਹਦੇ ਨਾਲ ਗਵਰਨਮੈਂਟ ਦਾ ਜਿਹੜਾ ਕੋਈ ਸਾਹ ਹੈ ਉਹ ਤੰਗ ਹੋਵੇ। ਥੈਂਕ ਯੂ ਜੀ, ਸ਼ੁਕਰੀਆ ਜੀ। ਢਿੱਲੋਂ ਸਾਹਿਬ ਜੀ, ਜਿਵੇਂ ਦੇਖੋ ਲਗਾਤਾਰ ਗੱਲ ਕੀਤੀ ਜਾ ਰਹੀ ਕਿ ਜਿਹੜਾ ਕਿਸਾਨੀ ਸੰਘਰਸ਼ ਆ ਵਾਕਈ ਉਹ ਸਿਖਰਾਂ ਤੇ ਪਹੁੰਚਿਆ ਹੋਇਆ, ਕਿਤੇ ਨਾ ਕਿਤੇ ਉਮੀਦਾਂ ਵੀ ਹੁਣ ਕਿਸਾਨਾਂ ਦੇ ਮਨਾਂ ਦੇ ਵਿੱਚ ਹੈਗੇ ਕਿ ਉਹ ਬਹੁਤ ਹੀ ਜਲਦੀ ਜਿਹੜੀ ਕਿ ਜਿੱਤ ਪ੍ਰਾਪਤ ਕਰ ਲੈਣਗੇ। ਕੀ ਲੱਗਦਾ ਇਸ ਨੂੰ? ਦੇਖੋ ਜਿਹੜੇ ਉੱਥੇ ਕੱਲ ਨਾਰਾ ਦੇ ਦਿੱਤਾ ਨਾ ਉਹਨਾਂ ਨੇ ਜੀ, ਫਸਲਾਂ ਦੇ ਭਾਅ ਨਹੀਂ ਤਾਂ ਵੋਟ ਨਹੀਂ। ਯੂਪੀ ਸਭ ਤੋਂ ਵੱਡਾ ਰਾਜ ਹੈ ਜਿਹਦੀਆਂ 80 ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਨੇ ਤੇ 400 ਤੋਂ ਵੱਧ ਵਿਧਾਨ ਸਭਾ ਦੀਆਂ ਸੀਟਾਂ ਨੇ ਜੀ। ਜੇ ਯੂਪੀ ਸਰ ਕਿਸਾਨ ਕਰ ਜਾਂਦੇ ਆ, ਭਾਰਤੀ ਜਨਤਾ ਪਾਰਟੀ ਨੂੰ ਬਾਹਰ ਕੱਢ ਮਾਰਦੇ ਨੇ ਯੂਪੀ ਦੇ ਰਾਜ ਸੱਤਾ ਤੋਂ, ਤਾਂ ਸਮਝ ਲਓ ਕਿ 2024 ਦੇ ਵਿੱਚ ਫਿਰ ਦਿੱਲੀ ਦੇ ਤਖਤ ਤੇ ਬੈਠਣ ਦਾ ਇਹਨੂੰ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਨੂੰ ਉੱਥੋਂ ਵੀ ਭਜਾ ਦੇਣਗੇ। ਹੁਣ ਕਿਸਾਨਾਂ ਨੇ ਐਲਾਨ ਕਰਤਾ ਕਿ ਉੱਥੋਂ ਦੇ ਨਾ 18 ਮੰਡਲ ਨੇ ਜਿਹਨੂੰ ਆਪਾਂ ਡਿਵੀਜ਼ਨ ਕਹਿੰਦੇ ਆ ਯੂਪੀ ਦੇ ਵਿੱਚ, ਤੇ ਐਲਾਨ ਕਰਤਾ ਕਿ 18 ਦੇ 18 ਮੰਡਲਾਂ ਦੇ ਵਿੱਚ ਇਹ ਮਹਾ ਪੰਚਾਇਤਾਂ ਹੋਣਗੀਆਂ। ਉਹਦੇ ਵਿੱਚ ਬਹੁ ਗਿਣਤੀ ਕਿਸਾਨ ਯੂਪੀ ਤੋਂ ਜਾਣਗੇ। ਜੇ ਦੂਜੇ ਨੇ ਵੀ ਜਾਣਾ ਜਾ ਸਕਦਾ, ਪਰ ਉਹ ਕਹਿੰਦੇ ਅਸੀਂ ਯੂਪੀ ਦੇ ਕਿਸਾਨਾਂ ਦੇ ਨਾਲ ਹੀ ਇਹ ਕਰਾਂਗੇ। ਜਿਸ ਤਰ੍ਹਾਂ ਅਲਖ ਜਗਾਤੀ ਇਹਨਾਂ ਕਿਸਾਨ ਆਗੂਆਂ ਦੇ ਜਜ਼ਬੇ ਨੂੰ, ਖਾਸ ਕਰ ਟਕੈਤ ਸਾਹਿਬ ਨੂੰ ਸਜਦਾ ਕਰਨਾ ਬਣਦਾ, ਸਲਾਮ ਕਰਨਾ ਬਣਦਾ ਕਿ ਉਸ 28 ਜਨਵਰੀ ਦੇ ਉਹਦੇ 2 ਹੰਝੂਆਂ ਨੇ ਜਿਹੜਾ ਇਹ ਮੋਰਚਾ ਇੱਕ ਵਾਰੀ ਖਤਮ ਕਰਤਾ ਸੀ। ਇਹਨਾਂ ਦੀਆਂ ਏਜੰਸੀਆਂ ਨੇ 26 ਜਨਵਰੀ ਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ ਟਰੈਕਟਰ ਮਾਰਚ ਕੱਢਣਾ, ਹੋ ਸਕਦਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਰਹੇਗੀ ਹੋਵੇ, ਲੇਕਿਨ ਉਹ ਏਜੰਸੀਆਂ ਨੇ ਵਿੱਚ ਕੰਮ ਕਰਕੇ ਦਿੱਲੀ ਪੁਲਿਸ ਨੇ ਕਿਹਾ ਕਿ ਤਾਂ ਲਾਲ ਕਿਲੇ ਵੱਲ ਨੂੰ ਚੱਲੋ, ਲਾਲ ਕਿਲੇ ਵੱਲ ਨੂੰ ਚੱਲੋ। ਉਹ ਲਾਲ ਕਿਲਾ ਜਿੱਥੇ ਹਰ ਵੇਲੇ ਫੋਰਸ ਲੱਗੀ ਰਹਿੰਦੀ ਹੈ, ਉੱਥੇ ਪਤਾ ਨਹੀਂ ਕਿਵੇਂ ਇਹਨਾਂ ਨੇ ਉਸ ਦਿਨ ਕੋਈ ਵੀ ਨਹੀਂ ਸੀਗਾ। ਸੋ ਇਸ ਕਰਕੇ ਇੱਕ ਸਾਜ਼ਿਸ਼ ਤਹਿਤ ਪਟਕਥਾ ਕਿਤੇ ਲਿਖੀ ਸੀ, ਉਹ ਚੀਜ਼ ਨੇ ਕਿਸਾਨਾਂ ਨੂੰ ਸੁਚੇਤ ਕੀਤਾ। ਪਰ ਜਦੋਂ ਟਕੈਤ ਸਾਹਿਬ ਨੇ ਕਿਹਾ ਕਿ ਮੈਂ ਰੋਟੀ ਜਾਂ ਪਾਣੀ ਆਪਦੇ ਖੇਤਰ ਚੋਂ, ਮੁਜ਼ੱਫਰਨਗਰ ਦੇ ਕੋਲ ਹੀ ਉਹਨਾਂ ਦਾ ਖੇਤਰ ਹੈ, ਉਹ ਕਹਿੰਦੇ ਵੀ ਮੈਂ ਆਪਦੇ ਜਿਹੜੇ ਮੇਰੇ ਲੋਕ ਲੈ ਕੇ ਆਉਣਗੇ ਤਾਂ ਪਾਣੀ ਪੀਵਾਂਗਾ, ਨਹੀਂ ਮੈਂ ਉਦੋਂ ਤੱਕ ਪਾਣੀ ਵੀ ਨਹੀਂ ਪੀਣਾ। ਤਾਂ ਫਿਰ ਉੱਥੋਂ ਦੇ ਲੋਕਾਂ ਨੇ, ਔਰਤਾਂ ਨੇ ਗਾਗਰਾਂ ਭਰ ਕੇ ਪਾਣੀ ਉਹਨਾਂ ਦੇ ਖੇਤਰ ਤੋਂ ਲੈ ਕੇ ਗਏ, ਜਿਹਦਾ ਟਕੈਤ ਸਾਹਿਬ ਨੇ ਪਾਣੀ ਵੀ ਪੀਤਾ ਤੇ ਲੰਗਰ ਪ੍ਰਸ਼ਾਦਾ ਵੀ ਛਕਿਆ। ਉਦੋਂ ਬਾਅਦ ਇਹਨਾਂ ਨੇ ਬਹੁਤ ਚਾਲਾਂ ਚੱਲਣ ਦਾ ਯਤਨ ਕੀਤਾ, ਕਦੇ ਸਿੰਘੂ ਬਾਰਡਰ ਦੇ ਵਿੱਚ ਲੁਟੇਰਿਆਂ ਦੇ ਭੇਸ ਦੇ ਵਿੱਚ ਬੰਦੇ ਭੇਜਣ, ਕਦੇ ਕੁਛ ਭੇਜਣ, ਉੱਥੇ ਕਿੱਲਾਂ ਗੱਡੀਆਂ, ਜਿਵੇਂ ਇਹ ਲੋਕ ਜਿਹੜੇ ਨੇ ਦੂਜੇ ਮੁਲਕ 'ਚੋਂ ਆਏ ਨੇ, ਇਹਨਾਂ ਤੇ ਹਮਲਾ ਕਰਨ ਵਾਸਤੇ ਬੜੇ ਕੋਝੇ ਹੱਥ ਕੰਢੇ, ਤਿੱਖੀਆਂ ਤਾਰਾਂ ਵਿਛਾਈਆਂ, ਇਹ ਸਾਰਾ ਕੁਝ ਕੀਤਾ। ਇਹਦੇ ਬਾਵਜੂਦ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸਾਨ ਜਿਹੜਾ 24 ਘੰਟੇ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੈ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਨੰਗੇ ਪੈਰੀ ਖੇਤਾਂ ਨੂੰ ਪਾਣੀ ਲਾਉਂਦਾ ਹੈ, ਤੇ ਮਈ ਜੂਨ ਦੇ ਗਰਮ ਦੁਪਹਿਰਿਆਂ ਦੇ ਵਿੱਚ ਵੀ ਉਹ ਪਾਣੀ ਖੇਤਾਂ ਦੇ ਵਿੱਚ ਖੜਦਾ ਹੈ, ਖੇਤਾਂ ਦੇ ਵਿੱਚ ਲਾਉਂਦਾ, ਗੋਡੀ ਕਰਦਾ, ਹੋਰ ਕੰਮ ਕਰਦਾ ਹੈ। ਤੇ ਉਹਦੇ ਜਜ਼ਬੇ ਨੂੰ ਤੁਹਾਡੀਆਂ ਆ ਗਿੱਦੜ ਧਮਕੀਆਂ ਕਦੇ ਹਿਲਾ ਸਕਦੀਆਂ ਨੇ? ਕਿਸੇ ਕੀਮਤ ਤੇ ਕਿਸਾਨਾਂ ਦਾ ਜਿਹੜਾ ਜਜ਼ਬਾ ਹੁੰਦਾ ਉਹਨੂੰ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ। ਕਿਸਾਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਜ਼ਬਾ ਹੈ। ਤੁਸੀਂ ਹੁਣ 10ਵਾਂ ਮਹੀਨਾ ਚੱਲ ਪਿਆ ਔਰ 27 ਸਤੰਬਰ ਨੂੰ ਕਿਸਾਨਾਂ ਨੇ ਸਮੁੱਚਾ ਭਾਰਤ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈਗਾ। ਕਿਸਾਨ ਉਸ ਦਿਨ ਸਮੁੱਚੇ ਭਾਰਤ ਨੂੰ ਬੰਦ ਕਰਨਗੇ। ਔਰ ਮੈਂ ਭਾਰਤ ਵਾਸੀਆਂ ਦੇ ਵੀ ਬਾਰੇ ਜਾਣਾ, ਜਦੋਂ ਵੀ ਕਿਸਾਨ ਕੋਈ ਸੱਦਾ ਪੱਤਰ ਦਿੰਦੇ ਨੇ, ਭਾਵੇਂ ਰੇਲਾਂ ਬੰਦ ਕਰਨ ਦਾ ਦਿੱਤਾ, ਸੜਕਾਂ ਬੰਦ ਕਰਨ ਦਾ ਦਿੱਤਾ, ਰੇਲਾਂ ਬੰਦ ਕੀਤੀਆਂ, ਤਾਂ ਬਾਕਾਇਦਾ ਰੇਲਾਂ ਦੇ ਵਿੱਚ ਜਾ ਕੇ ਲੰਗਰ ਵਰਤਾਇਆ, ਬੱਸਾਂ ਦੇ ਵਿੱਚ, ਕਾਰਾਂ ਦੇ ਵਿੱਚ ਲੰਗਰ ਵਰਤਾਇਆ, ਵੀ ਤਾਂ ਕਿ ਸਾਡੇ ਭਰਾ ਇਹ ਭੁੱਖ ਨਾ ਰਹਿ ਜਾਣ। ਸੋ ਜਿੱਥੇ ਪਰਮਾਤਮਾ ਦਾ ਵਾਸਾ ਹੋਵੇ, ਗੁਰੂ ਸਾਹਿਬ ਆਪ ਵਰਤਦੇ ਹੋਣ, ਇਹ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂ ਸੱਤਾ ਸੰਭਾਲੀ ਹੈ, ਇਹਨਾਂ ਦੇ ਮੂੰਹ ਮਲਕ ਭਾਗੂਆਂ ਵੱਲ ਨੇ। ਇਹ 5-7 ਜੋਟੀਦਾਰ ਨੇ, ਇਹਨਾਂ ਦੇ ਕਾਰਪੋਰੇਟ ਘਰਾਣੇ ਜਿਹੜੇ ਮਲਕ ਭਾਗੂ ਨੇ, ਔਰ ਜਿਹੜੇ ਕਿਸਾਨ ਨੇ ਉਹ ਕਿਰਤੀ ਨੇ। ਤੇ ਗੁਰੂ ਸਾਹਿਬ ਨੇ ਤਾਂ ਭਾਈ ਲਾਲੋ ਦੀ ਕੁੱਲ ਚੋਂ ਨੇ। ਗੁਰੂ ਸਾਹਿਬ ਨੇ ਤਾਂ ਹਮੇਸ਼ਾ ਕਿਹਾ ਸੀ, ਔਰ
ਇਹਨਾਂ ਮਲਕ ਭੋਗਾਂ ਦੇ ਘਰ ਦਾ ਖਾਣਾ ਖਾਣ ਤੋਂ ਇਨਕਾਰ ਕਰਤਾ ਸੀ। ਕਿਹਾ ਸੀ ਕਿ ਤੁਸੀਂ ਕਿਰਤੀਆਂ ਦਾ ਰਤ ਚੂਸਦੇ ਹੋ, ਤੁਹਾਡੀ ਰੋਟੀ ਦੇ ਵਿੱਚ ਕਿਰਤੀਆਂ ਦਾ ਰਤ ਹੈ, ਇਸ ਕਰਕੇ ਤੁਹਾਡਾ ਖਾਣਾ ਪ੍ਰਵਾਨ ਨਹੀਂ ਹੋ ਸਕਦਾ। ਦੂਜੇ ਪਾਸੇ ਇੱਕ ਭਾਈ ਲਾਲੋ ਕਿਰਤੀ ਦੇ ਘਰ ਗਏ, ਜਿਹਦੀ ਰੋਟੀ ਦੇ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਕੱਢ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੌਤਕ ਕੀਤਾ। ਸੋ ਅੱਜ ਦਾ ਲੋਕ ਪਾੜਾ ਹੀ ਇਸ ਗੱਲ ਦਾ ਹੈ ਕਿ ਜਨਤਾ ਭਾਈ ਲਾਲੋਆਂ ਨਾਲ ਖੜੀ ਹੈ ਤੇ ਇਹ ਜਿਹੜੇ ਨੇ ਮਲਕ ਭਾਗੋਆਂ ਦੇ ਨਾਲ ਖੜੇ ਨੇ, ਤੇ ਮਲਕ ਭਾਗੋਆਂ ਦਾ ਤੇ ਭਾਈ ਲਾਲੋਆਂ ਦਾ ਕਦੇ ਮੇਲ ਹੋ ਨਹੀਂ ਸਕਦਾ। ਜੀ ਜੀ ਢਿੱਲੋਂ ਜੀ, ਇਸੇ ਜਿਹੜੇ ਵਿਸ਼ੇ ਦੇ ਅਸੀਂ ਲਗਾਤਾਰ ਚਰਚਾ ਕਰਦੇ ਰਹਾਂਗੇ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਜੀ, ਬ੍ਰੇਕ ਤੋਂ ਬਾਅਦ ਅਸੀਂ ਇਸ ਮੁੱਦੇ ਤੇ ਫਿਰ ਚਰਚਾ ਕਰਾਂਗੇ। ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ। ਚਰਚਾ ਕਰਦੇ ਹਾਂ ਉਹਨਾਂ ਵਿਸ਼ਿਆਂ ਤੇ ਜਿਨ੍ਹਾਂ ਵਿਸ਼ਿਆਂ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਤੇ ਗੱਲਬਾਤ ਚੱਲ ਰਹੀ ਸੀ ਮੁਜ਼ੱਫਰਨਗਰ ਦੀ ਮਹਾਪੰਚਾਇਤ ਨੂੰ ਲੈ ਕੇ, ਉਸ ਤੇ ਗੱਲਬਾਤ ਕੀਤੀ ਹੈ। ਤੇ ਹੁਣ ਗੱਲਬਾਤ ਕਰਾਂਗੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਨੇ, ਜਿਸ ਨੂੰ ਲੈ ਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਅਤੇ ਲਗਾਤਾਰ ਉਹਨਾਂ ਵੱਲੋਂ ਵੱਡੇ ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ। ਪਰ ਜਿਵੇਂ ਹੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਉਸ ਵੇਲੇ ਬਿਜਲੀ ਦਾ ਮੁੱਦਾ ਨਾ ਗਰਮਾਏ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਹਾਲ ਦੇ ਵਿੱਚ ਵੀ ਬਿਜਲੀ ਦਾ ਮੁੱਦਾ ਕਾਫੀ ਗਰਮਾਇਆ ਹੋਇਆ। ਸਸਤੀ ਬਿਜਲੀ ਕਰਨ ਨੂੰ ਲੈ ਕੇ ਪਾਰਟੀਆਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ। ਕੋਈ ਪਾਰਟੀ ਕਹਿੰਦੀ ਹੈ ਕਿ ਅਸੀਂ 200 ਯੂਨਿਟ ਮਾਫ ਕਰਾਂਗੇ, ਕਿਸੇ ਪਾਰਟੀ ਵੱਲੋਂ 400 ਯੂਨਿਟ ਮਾਫ ਕਰਨ ਦਾ ਦਾਅਵਾ ਜਿਹੜਾ ਕਿ ਕੀਤਾ ਜਾ ਰਿਹਾ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਖਰੀਦ ਸਮਝੌਤੇ ਰੱਦ ਕੀਤੇ ਬਿਨਾਂ ਬਿਜਲੀ ਸਸਤੀ ਹੋ ਸਕਦੀ ਹੈ। ਇਸ ਤੇ ਚਰਚਾ ਕਰਦੇ ਹਾਂ। ਹਾਂਜੀ ਢਿੱਲੋਂ ਜੀ, ਕਿੱਦਾਂ ਲੱਗਦਾ, ਕਿਉਂਕਿ ਲਗਾਤਾਰ ਦੇਖਿਆ ਜਾਂਦਾ ਤਾਂ ਚੋਣਾਂ ਨੇੜੇ ਆਉਂਦੇ ਨੇ ਤਾਂ ਬਿਜਲੀ ਸਸਤੀ ਹੋਣ ਦਾ ਮੁੱਦਾ ਜ਼ਰੂਰ ਗਰਮਾਉਂਦਾ ਹੈ। ਰੀਨਾ, ਗੱਲ ਇਹ ਹੈਗੀ ਹੈ ਕਿ ਸਾਡੀਆਂ ਨਾ ਅਹਿਲੀਅਤ ਸਰਕਾਰਾਂ ਨੇ, ਜੀ, ਭਾਵੇਂ ਕੋਈ ਵੀ ਹੈ, ਪੰਜਾਬ ਨੂੰ ਲੁੱਟਣ ਦਾ ਜਰੀਆ ਬਣਾ ਲਿਆ। ਉਹ ਪੰਜਾਬ ਜਿਹੜਾ 1980 ਤੋਂ ਪਹਿਲਾਂ ਕਰਜ਼ ਰਹਿਤ ਹੁੰਦਾ ਸੀ, ਇਹਨਾਂ ਸਰਕਾਰਾਂ ਦੀਆਂ ਮੁਖਤਖੋਰੀ ਨੀਤੀਆਂ ਤੇ ਹੋਰਨਾਂ ਸਦਕਾ ਇਹਨਾਂ ਨੇ ਇਸ ਪੰਜਾਬ ਨੂੰ ਡੁਬੋ ਕੇ ਰੱਖਤਾ। ਪਹਿਲਾਂ ਅੱਤਵਾਦ ਵੇਲੇ ਸਾਡੇ ਤੇ ਕਰਜ਼ਾ ਚੜਿਆ, ਆ ਹੁਣ ਕਰੋਨਾ ਆ ਗਿਆ, ਇਹ ਸਾਰੀ ਆਪਦੀ ਨਲਾਇਕੀ ਜਿਹੜੀ ਆ ਕਰੋਨਾ ਦੇ ਵਿੱਚ ਪਾ ਰਹੇ ਆ। ਜਿਵੇਂ ਬਿਜਲੀ ਨਿਗਮ ਜਾਂ ਜਿਹੜਾ ਪਹਿਲਾਂ ਬਿਜਲੀ ਬੋਰਡ ਹੁੰਦਾ ਸੀ, ਉਹ ਆ ਸਾਰੇ ਖਰਚੇ ਜਿਹੜੇ ਲਾਈਨ ਲਾਸ ਹੁੰਦੇ ਸੀ, ਲਾਈਨਾਂ ਦੇ ਹਾਨ, ਉਹਦੇ ਵਿੱਚ ਪਾ ਦਿੱਤੇ ਜਾਂਦੇ ਸਨ। ਦਿਲਚਸਪ ਗੱਲ ਇਹ ਹੈ, ਜਿਹਦੀ ਹੈਰਾਨ ਹੋਵੋਗੇ ਤੁਸੀਂ, ਇਹ ਸਰਕਾਰਾਂ ਦੀਆਂ ਨਲਾਇਕੀਆਂ। ਇਹ ਸਰਕਾਰਾਂ ਨੇ ਆਪਣੇ ਖਜ਼ਾਨੇ ਸਿੱਧੇ ਢੰਗ ਨਾਲ ਭਰਨ ਦੀ ਥਾਂ ਤੇ ਹਰ ਪਾਸਿਓਂ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਵਾ। ਇੱਕ ਪਾਸੇ ਤੁਹਾਨੂੰ ਮੁਫਤ ਬਿਜਲੀ ਦੇਵਾਂਗੇ, ਇਹ ਜਿਹੜੇ ਕਹਿੰਦੇ ਨੇ ਕੋਈ 300 ਯੂਨਿਟ ਕਹਿੰਦਾ, ਕੋਈ 400 ਯੂਨਿਟ ਕਹਿੰਦਾ, ਇਹ ਪਹਿਲਾਂ ਦੱਸਣ ਵੀ ਦੇਵਾਂਗੇ ਕਿਵੇਂ। ਕਿਹੜਾ ਹੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਇਹ 400 ਯੂਨਿਟ ਦੇਣਗੇ। 60 ਲੱਖ ਦੇ ਕਰੀਬ ਘਰੇਲੂ ਖਪਤਕਾਰ ਹੈ, ਜੇ ਇਹਨੂੰ 400 ਯੂਨਿਟ ਮਹੀਨੇ ਨਾਲ ਗੁਣਾ ਕਰ ਦਈਏ, 60 ਲੱਖ ਨੂੰ 4 ਤੇ ਕਰੋੜਾਂ ਰੁਪਈਆ ਮਹੀਨੇ ਦਾ ਬੋਝ ਪੈ ਜਾਏਗਾ, ਕਿੱਥੋਂ ਆਏਗਾ। ਹੁਣ ਪੰਜਾਬ ਸਭ ਤੋਂ ਵੱਧ ਆਪਦੀਆਂ ਨਲਾਇਕੀਆਂ, ਜਿਹਦੇ ਕਰਕੇ ਸਰਕਾਰੀ ਖਜ਼ਾਨੇ 'ਚ ਪੈਸਾ ਜਾਂਦਾ ਨਹੀਂ, ਝੇਤਿਆਂ ਦੀਆਂ ਤਜੌਰੀਆਂ ਭਰੀਆਂ ਜਾ ਰਹੀਆਂ ਨੇ। ਭਾਵੇਂ ਉਹ ਰਿਤ ਹੈ, ਭਾਵੇਂ ਉਹ ਆਬਕਾਰੀ ਨੀਤੀ ਹੈ, ਸ਼ਰਾਬ ਨੀਤੀ ਹੈ, ਲੋਕ ਮਹਿੰਗੀ ਸ਼ਰਾਬ ਵੀ ਪੀਣ ਤੇ ਸਰਕਾਰੀ ਖਜ਼ਾਨੇ 'ਚੋਂ ਫੇਰ ਨਾ ਜਾਵੇ। ਠੀਕ ਕਹਿੰਦਾ ਸੀ ਨਵਜੋਤ ਸਿੰਘ ਸਿੱਧੂ ਕਿ ਤੇਲੰਗਾਨਾ, ਤਾਮਿਲਨਾਡੂ, ਉਹਨਾਂ ਰਾਜਾਂ ਨੂੰ ਜਾ ਕੇ ਦੇਖੋ, ਤੇਲੰਗਾਨਾ ਦੇ ਵਿੱਚ ਇੱਕ ਨਦੀ ਹੈ ਜਿੱਥੋਂ 1000 ਕਰੋੜ ਦੇ ਕਰੀਬ ਉਹ ਆਪਦੇ ਸਰਕਾਰੀ ਖਜ਼ਾਨੇ 'ਚ ਲਿਆਉਂਦੇ ਆ। ਤੇ ਇੱਥੇ ਜਿਹੜੇ ਕਹਿੰਦੇ ਸੀ ਕਿ ਖੱਡਾਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਉਹਨਾਂ ਖੱਡਾਂ ਦੇ ਉੱਤੇ ਦੂਜਿਆਂ ਦਾ ਕਬਜ਼ਾ ਹੋ ਗਿਆ। 75-25 ਮਿਲ ਕੇ ਚੱਲਦਾ ਹੈ। ਪੰਜਾਬ ਦੇ ਵਿੱਚ ਇਹਨਾਂ ਖਿੱਤਿਆਂ ਦੀ ਸਭ ਤੋਂ ਵੱਧ ਬਿਜਲੀ ਡਿਊਟੀ ਹੈ। 20% ਡਿਊਟੀ ਪੰਜਾਬ ਦੇ ਵਿੱਚ ਹੈ ਜਿਹੜੀ ਬਿਜਲੀ ਦੇ ਉੱਤੇ ਲਾਈ ਗਈ ਹੈ, ਜਿਹਦੇ ਵਿੱਚ 5% ਬੁਨਿਆਦੀ ਢਾਂਚਾ ਜੀ, 13% ਡਿਊਟੀ, 2% ਆ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਇਹਨਾਂ ਵਾਸਤੇ ਟੈਕਸ ਵਸੂਲਿਆ ਜਾ ਰਿਹਾ ਹੈ। ਤੇ ਫਿਰ ਰੂਰਲ ਏਰੀਏ ਦੇ ਲੋਕ ਨਹੀਂ ਇੱਥੇ ਵੱਸਦੇ, ਤੁਸੀਂ ਸ਼ਹਿਰੀ ਵਿਕਾਸ ਵਾਸਤੇ ਮਿਊਨਿਸਪਲ ਕਾਰਪੋਰੇਸ਼ਨਾਂ ਵਾਸਤੇ ਜਾਂ ਮਿਊਨਿਸਪਲ ਕੌਂਸਲਾਂ ਵਾਸਤੇ 2% ਪ੍ਰਾਪਤ ਕਰ ਰਹੇ ਹੋ ਤੇ 2% ਗਊ ਸੈਸ। ਤੇ ਕਿੰਨਾ ਕੁ ਗਊਆਂ ਨੂੰ ਸੰਭਿਆ ਆ? ਦੰਦ ਲਾਉਂਦੇ ਫਿਰਦੇ ਨੇ ਪਿਤਾ ਜੀ ਤੇ ਮਾਤਾ ਜੀ ਸੜਕਾਂ ਤੇ। ਕੀ ਉਹਨਾਂ ਨੂੰ ਸਾਂਭਣ ਦਾ ਕੋਈ ਯਤਨ ਕੀਤਾ? ਹੁਣ ਜੇ ਤੁਸੀਂ ਦੂਜੇ ਪਾਸੇ ਜਾਓ ਤਾਂ ਆਸ-ਪਾਸ ਦੇ ਸੂਬਿਆਂ ਦੇ ਵਿੱਚ ਬਿਜਲੀ ਡਿਊਟੀ ਦਿੱਲੀ ਦੇ ਵਿੱਚ 5% ਹੈ। ਆ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜੀ ਸਾਡੀ ਰਾਜਧਾਨੀ ਕਹਿੰਦੇ ਸੀ, ਉਹ ਲੋਕ ਸ਼ੁਕਰ ਮਨਾਉਂਦੇ ਹੋਣਗੇ
ਕਿ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ, ਨਹੀਂ ਤਾਂ 20% ਬਿਜਲੀ ਡਿਊਟੀ ਦੇਣੀ ਪੈਂਦੀ, ਸਿਰਫ 1% ਹੈ। ਇਸੇ ਤਰ੍ਹਾਂ ਹਰਿਆਣੇ 'ਚ 2% ਹੈ ਜੀ, ਹਿਮਾਚਲ ਤੇ ਜੰਮੂ ਕਸ਼ਮੀਰ 4% ਹੈ ਤੇ ਗੁਜਰਾਤ ਦੇ ਵਿੱਚ ਜਿੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਨੇ 1% ਹੈ। ਕਦੇ ਲੋਕਾਂ ਨੇ ਇਹ ਪੁੱਛਿਆ ਇਹਨਾਂ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਭਾਜਪਾਈਆਂ ਨੂੰ ਕਿ ਸਰਕਾਰਾਂ ਤੁਹਾਡੀਆਂ ਹੀ ਤਿੰਨਾਂ ਦੀਆਂ ਰਹੀਆਂ ਨੇ ਬਾਰ-ਬਾਰ, ਆ 20% ਡਿਊਟੀ ਕਿਉਂ ਦੇ ਰਹੇ ਨੇ? ਇਹ ਇਸ ਕਰਕੇ ਦੇ ਰਹੇ ਨੇ, ਉਹ ਜਿਹੜੀ ਮੁਫਤ ਦੇ ਨਾਂ ਦੇ ਉੱਤੇ ਕਿਸਾਨ ਭਰਾਵਾਂ ਨੂੰ ਬਿਜਲੀ ਦਿੱਤੀ ਉਹ ਤੁਹਾਡੇ ਤੋਂ ਹੀ ਬਾਹਰ ਕੱਢ ਲਈ। 20% ਬਿਜਲੀ ਡਿਊਟੀ ਲਾ ਕੇ 4500 ਕਰੋੜ ਰੁਪਈਆ ਪੰਜਾਬ ਸਰਕਾਰ ਬਿਜਲੀ ਬੋਰਡ ਤੋਂ ਇਕੱਠਾ ਕਰਦੀ ਹੈ। 6700 ਕਰੋੜ ਰੁਪਈਆ ਮੁਫਤ ਦੀ ਸਬਸਿਡੀ ਹੈ। ਕੱਲੀ ਕਿਸਾਨਾਂ ਦੀ ਨਹੀਂ ਜੀ, ਉਹ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਵੀ ਦਿੱਤੀ ਹੋਈ ਹੈ, ਹੋਰਾਂ ਨੂੰ ਵੀ ਦਿੱਤੀ ਹੋਈ ਹੈ। ਸੋ ਜੇ ਇਹਨਾਂ ਚੀਜ਼ਾਂ ਤੇ ਕਾਬੂ ਕੀਤਾ ਜਾਵੇ, ਇੱਕ ਪਾਸੇ ਤੁਹਾਨੂੰ 10 ਰੁਪਏ ਮੁਕਤਖੋਰੀ ਦੇ ਦੇਤੇ ਤੇ ਦੂਜੇ ਪਾਸੇ ਤੁਹਾਡੀ ਜੇਬ ਚੋਂ ਹੀ 100 ਰੁਪਇਆ ਕੱਢ ਲਿਆ। ਆ ਸੜਕਾਂ ਦੇਖੋ, ਇੱਕ ਪਾਸੇ ਅਸੀਂ ਸੜਕਾਂ ਤੇ ਜਾਂਦੇ ਹਾਂ, ਰਜਿਸਟ੍ਰੇਸ਼ਨ ਫੀਸ ਹੈ ਉਹ ਹਜ਼ਾਰਾਂ ਦੇ ਵਿੱਚ 5-5%, 8-8% ਅਸੀਂ ਵਾਹਨਾਂ ਦੇ ਮੁਤਾਬਕ ਭਰਦੇ ਹਾਂ ਤੇ ਫਿਰ 30-30 ਕਿਲੋਮੀਟਰ ਤੇ ਆ ਤੁਹਾਡੀ ਜੇਬ ਚੋਂ ਫੇਰ ਡੱਕ ਕੇ ਮਾਰਦੇ ਆ ਟੋਲ ਟੈਕਸ। ਤਾਂ ਦੱਸੋ ਤਾਂ ਸਹੀ ਨਾ, ਕਿਹੜੀ ਚੀਜ਼ ਇਹਨਾਂ ਨੇ ਛੱਡਤੀ? ਨਲਾਇਕੀਆਂ ਆਪਦੀਆਂ, ਖਜ਼ਾਨਾ ਭਰ ਨਹੀਂ ਸਕਦੇ ਕਿਉਂਕਿ ਆਪਦੇ ਮੰਤਰੀ, ਸੰਤਰੀ, ਵਿਧਾਇਕ, ਅਧਿਕਾਰੀ ਵਿੱਚੇ ਲਾਲ ਫੀਤਾ ਸ਼ਾਹੀ, ਇਹ ਸਾਰੇ ਰਲ ਕੇ ਲੁੱਟਣ ਤੇ ਲੱਗੇ ਹੋਏ ਨੇ ਇਸ ਖਜ਼ਾਨੇ ਨੂੰ। ਇਹਨਾਂ ਨੇ ਉਦੋਂ ਇਹਨਾਂ ਨੂੰ ਦਿਖਦਾ ਨਹੀਂ ਸੀ। ਆ ਜਿਹੜੇ ਅੱਜ ਕਹਿੰਦੇ ਨੇ ਮੈਂ 300 ਯੂਨਿਟ ਫ੍ਰੀ ਦੇਵਾਂਗਾ, 400 ਯੂਨਿਟ ਫ੍ਰੀ ਦੇਵਾਂਗਾ, ਇਹਨਾਂ ਨੂੰ ਪਹਿਲਾਂ ਇਹ ਪੁੱਛੋ ਵੀ ਕਿੱਥੋਂ ਦੇਵੋਗੇ, ਕਿੱਥੋਂ ਦੋਗੇ ਜੀ, ਕਿਹੜੀ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਗੇ? ਜੇ ਇਹ ਮੁਫਤ ਦੇਣਗੇ, ਆ ਜਿਹੜੀ 20% ਬਿਜਲੀ ਡਿਊਟੀ ਹੈ ਇਹਨਾਂ ਨੇ ਉਹੀ ਚੱਕ ਕੇ 40% ਕਰ ਦੇਣੀ ਹੈ। ਇੱਕ ਘਰ ਦਾ ਜੇ 1000 ਯੂਨਿਟ ਦਾ ਖਰਚਾ ਹੈ, 400 ਮਹੀਨਾ ਇਹਨਾਂ ਨੇ ਘੱਟ ਕਰ ਦੇਣਾ ਹੈ, 2 ਮਹੀਨਿਆਂ ਚੋਂ 800 ਹੋ ਗਿਆ। 200 ਯੂਨਿਟ ਦੇ ਉੱਤੇ ਜੇ ਬਿੱਲ ਲਾਉਣਾ ਹੈ ਤਾਂ ਫਿਰ ਉਹਦੇ ਪੈਸੇ ਹੀ ਵਧਾਉਣੇ ਪੈਣਗੇ ਨਾ, ਜਾਂ ਫਿਰ ਤੁਹਾਡੇ ਤੇ ਕਰਜ਼ਾ ਵਧਾ ਦੇਣਗੇ ਜੀ। ਸੋ ਇਹ ਚੀਜ਼ਾਂ ਨੇ ਇਹਨਾਂ ਤੋਂ ਪੁੱਛਣ ਵਾਲੀਆਂ। ਲੋਕਾਂ ਨੂੰ ਸਦਾ ਘਾਟਾ ਪੈ ਰਿਹਾ। ਅਸਲੇ ਦਾ ਲਾਇਸੈਂਸ ਦੇਖੋ ਤੁਸੀਂ, ਪਹਿਲਾਂ ਲੈਣਾ ਹੁੰਦਾ ਸੀ ਵੱਧ ਤੋਂ ਵੱਧ 200, 250, 500 ਰੁਪਏ ਦੇ ਵਿੱਚ, 500 ਤੋਂ ਵੱਧ ਨਹੀਂ ਸੀ, ਇਹਦੇ ਵਿੱਚ ਤੁਹਾਡਾ ਪੂਰਾ ਹੋ ਜਾਂਦਾ ਸੀ, ਕੋਈ ਡੋਪ ਟੈਕਸ ਨਹੀਂ ਸੀ ਇੱਥੇ ਜੀ। ਤੇ ਉਹ ਸਾਰੇ ਦਾ ਸਾਰਾ 12 ਬੋਰ ਦਾ ਲਾਇਸੈਂਸ ਬਣਾਉਣਾ ਤਾਂ ਛੱਡੋ, ਉਹਨੂੰ ਰਿਨਿਊ ਕਰਾਉਣਾ ਹੋਵੇ ਉਹ ਵੀ 7000 ਦੇ ਕਰੀਬ ਜਾ ਕੇ ਰਿਨਿਊ ਹੁੰਦਾ ਹੈ। ਤੁਹਾਡਾ 500 ਰੁਪਏ ਤੋਂ ਜਾ ਕੇ ਇਹਨਾਂ ਨੇ 7000 ਤੱਕ ਕਰਤਾ। ਜਿੰਨੀਆਂ ਸਭਾਵਾਂ ਨੇ, ਆ ਜਿੰਨੇ ਇਹਨਾਂ ਦੇ ਸੁਵਿਧਾ ਕੇਂਦਰ, ਜਾਂ ਮੈਂ ਤਾਂ ਉਹਨਾਂ ਨੂੰ ਡੁਬਦਾ ਕੇਂਦਰ ਕਹਿਣਾ ਹੁੰਦਾ, ਉਹਨਾਂ ਦੇ ਵਿੱਚ ਲੋਕਾਂ ਨੂੰ ਅਸੁਵਿਧਾਵਾਂ ਜ਼ਿਆਦਾ ਨੇ, ਸੁਵਿਧਾ ਘੱਟ ਹੈਗੀ। ਸੋ ਸਾਰਿਆਂ ਦੇ ਉੱਤੇ ਤੁਹਾਡੇ ਤੇ ਪੈਸੇ ਲਾ ਦਿੱਤੇ ਨੇ। ਹਰ ਮਾਮਲੇ ਦੇ ਵਿੱਚ ਟੈਕਸ, ਕਿਰਾਏ ਵਧਾਏ ਜਾ ਰਹੇ ਨੇ। ਆ ਬਿਜਲੀ ਟੈਰਿਫ ਵਧਾਉਣ ਵਾਸਤੇ ਬਿਜਲੀ ਨਿਗਮ ਨੇ ਫੇਰ ਹੋ ਸਕਦਾ ਹੈ ਇਸ ਵਾਰ ਨਾ ਵਧਾਵੇ ਕਿਉਂਕਿ ਚੋਣਾਂ 2022 ਦੀਆਂ ਸਾਹਮਣੇ ਆ ਰਹੀਆਂ ਨੇ। ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿ ਚੋਣਾਂ ਆ ਰਹੀਆਂ ਨੇ, ਤਾਂ ਚੋਣਾਂ 2022 ਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਪੌਂਡੀਚੇਰੀ ਤੇ ਗੋਆ, ਇਹ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ 2022 ਫਰਵਰੀ ਦੇ ਵਿੱਚ ਤੈਅ ਨੇ। ਤੇ ਕਦੋਂ ਹੁੰਦੀਆਂ ਨੇ, ਭਾਰਤ ਦਾ ਚੋਣ ਕਮਿਸ਼ਨ ਕਦੋਂ ਕਰਾਉਂਦਾ ਹੈਗਾ, ਉਹ ਤੁਹਾਡੇ ਸਾਹਮਣੇ ਹੈ। ਲੇਕਿਨ ਆ ਜਿਹੜੇ ਭਾਜਪਾ ਵਾਲੇ ਕਹਿੰਦੇ ਆ ਨਾ ਕਿ ਕਿਸਾਨ ਤਾਂ ਉੱਥੇ ਜਿਹੜਾ ਰਾਜਨੀਤੀ ਕਰਨ ਗਏ ਸੀ, ਵੀ ਰਾਜਨੀਤੀ ਦਾ ਠੇਕਾ ਤਾਂ ਤੁਹਾਡਾ ਕੱਲਿਆਂ ਦਾ, ਬਾਕੀਆਂ ਦਾ ਥੋੜੀ ਹੈਗਾ, ਉਹਦਾ ਇਸ ਦੇਸ਼ ਦੇ ਵੱਸ ਕੋਈ ਨਹੀਂ। ਸੋ ਕਿਸਾਨਾਂ ਨੇ ਉੱਥੇ ਕਹਿਤਾ ਕਿ ਭਾਰਤ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਵੱਲੋਂ ਉਹਨਾਂ ਦੀ ਭਾਸ਼ਾ 'ਚ ਲਿਖੀ ਗਈ ਇੱਕ ਚਿੱਠੀ ਨੇ ਉੱਥੇ ਬਦਲਾਅ ਲਿਆ ਦਿੱਤਾ, ਉਹ ਬਦਲਾਅ ਯੂਪੀ 'ਚ ਵੀ ਆਏਗਾ, ਹੋਰਾਂ ਥਾਵਾਂ ਤੇ ਵੀ ਆਏਗਾ। ਤੇ ਕਿਸਾਨਾਂ ਦਾ ਜਿਹੜਾ ਇਹ ਰੋਸ ਹੈ, ਜੇ ਇਹਨੂੰ ਨਾ ਸਾਂਭਿਆ ਗਿਆ ਨਰਿੰਦਰ ਮੋਦੀ ਜੀ ਨੇ, ਤਾਂ 2022 ਦਾ ਜਿਹੜਾ ਚੋਣ ਦੰਗਲ ਹੈ ਉਹਦੇ ਵਾਸਤੇ ਫਿਰ ਲੰਗੋਟੇ ਕੱਸ ਕੇ ਮੈਦਾਨ 'ਚ ਆ ਜਾਓ।
ਜੀ ਢਿੱਲੋਂ ਜੀ, ਪੰਜਾਬ ਦੇ ਮੁੱਦੇ ਤਾਂ ਬਹੁਤ ਨੇ, ਇਕੱਲਾ ਇੱਕ ਬਿਜਲੀ ਦਾ ਮੁੱਦਾ ਨਹੀਂ, ਹੋਰ ਵੀ ਮੁੱਦੇ ਲਗਾਤਾਰ ਅਸੀਂ ਦੇਖਦੇ ਹਾਂ ਕਿ ਬੇਰੁਜ਼ਗਾਰ ਦਾ ਮੁੱਦਾ ਲਗਾਤਾਰ ਗਰਮਾਉਂਦਾ, ਕਿਉਂਕਿ ਬੇਰੁਜ਼ਗਾਰ ਜਿਹੜੇ ਬੱਚੇ ਨੇ, ਨੌਜਵਾਨ ਇੰਨੀਆਂ ਪੜ੍ਹਾਈਆਂ ਕਰਦੇ ਨੇ, ਇਸ ਦੇ ਬਾਵਜੂਦ ਵੀ ਉਹ ਸੜਕਾਂ ਤੇ ਬੇਰੁਜ਼ਗਾਰ ਘੁੰਮ ਰਹੇ ਨੇ, ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਨੇ। ਨਸ਼ੇ ਦਾ ਮੁੱਦਾ ਸਭ ਤੋਂ ਅਹਿਮ ਆ। ਦੇਖਿਆ ਜਾ ਰਿਹਾ ਕਿ ਜਿਹੜੇ ਬੇਰੁਜ਼ਗਾਰ ਨੇ ਉਹ ਇੰਨੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਕਿ ਉਹ ਕੋਈ ਵੱਖਰਾ ਰਾਹ ਚੁਣਦੇ ਨੇ, ਜਾਂ ਤਾਂ ਉਹ ਮੌਤ ਨੂੰ ਗਲੇ ਲਗਾ ਲੈਂਦੇ ਨੇ ਜਾਂ ਫਿਰ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਕੀ ਲੱਗਦਾ ਨਹੀਂ ਕਿ ਜਿਹੜੇ ਵੱਡੇ ਮੁੱਦੇ ਨੇ ਪਹਿਲਾਂ ਸਿਆਸਤਦਾਨਾਂ ਨੂੰ ਉਹਨਾਂ ਵੱਲ ਨਜ਼ਰ ਮਾਰਨੀ ਚਾਹੀਦੀ ਹੈ? ਨਜ਼ਰ ਤਾਂ ਮਾਰਨ ਜੇ ਆਪ ਵਿੱਚ ਇਨਵੋਲਵ ਨਾ ਹੋਣ। ਜੀ, ਅਸਲ ਦੇ ਵਿੱਚ ਤਾਂ ਭਾਈਵਾਲ ਇਹ ਨੇ ਨਾ ਜਿਹਦੇ ਕਰਕੇ ਉਹ ਸਾਰਾ ਕੁਝ ਵਾਪਰ ਰਿਹਾ ਹੈਗਾ। ਜੇ ਉਹਦੇ ਵਿੱਚੋਂ ਇਹ ਭਾਈਵਾਲ ਨਾ ਹੋਣ, ਅੱਜ ਨਸ਼ਿਆਂ ਦਾ ਮੁੱਦਾ ਕੈਪਟਨ ਸਾਹਿਬ ਨੇ ਕਿਹਾ ਸੀ 4 ਹਫ਼ਤਿਆਂ 'ਚ ਬੰਦ ਕਰ ਦੂੰਗਾ। ਨਸ਼ਿਆਂ ਦੀਆਂ ਟਿੱਡੀਆਂ ਪਲਪੀਆਂ ਤਾਂ ਫੜ ਲਈਆਂ, ਤੇ ਜਿਹੜੇ ਵੱਡੇ ਮਗਰਮੱਛ ਨੇ, ਬੇਲ ਮੱਛੀਆਂ ਨੇ, ਉਹਨਾਂ ਨੂੰ ਕੌਣ ਫੜੂਗਾ? ਅਜੇ ਤੱਕ ਉਹ ਤੇ ਸਿਆਸਤ ਹੋ ਰਹੀ ਹੈ। ਤੁਸੀਂ ਦੇਖੋ ਕਿ ਉੱਥੇ ਹਾਈ ਕੋਰਟ ਦੇ ਵਿੱਚ ਇੱਕ ਲਿਫਾਫਾ 2 ਰਿਪੋਰਟਾਂ ਬੰਦ ਪਈਆਂ ਨੇ, 2 ਲਿਫਾਫਿਆਂ 'ਚ। ਇੱਕ ADGP ਸਿਧਾਰਥ ਸ਼ੰਕਰ ਜਿਹੜੇ ਹੈਗੇ ਨੇ ਚਟੋਪਾਧਿਆ, ਦੂਜਾ ADGP ਹਰਪ੍ਰੀਤ ਸਿੰਘ ਸਿੱਧੂ ਵਾਲੀ। ਉਹ ਹੁਣ ਜੱਜ ਸਾਹਿਬ ਵੀ ਉਹਦੇ ਤੋਂ ਪਾਸੇ ਹੋ ਗਏ ਨੇ ਕਿ ਮੈਂ ਇਹਦੀ ਸੁਣਵਾਈ ਨਹੀਂ ਕਰਨੀ। ਇੱਕ ਬਹੁਤ ਸੀਨੀਅਰ ਵਕੀਲ ਨੇ ਚੰਡੀਗੜ੍ਹ ਦੇ, ਨਵਕਿਰਨ ਸਿੰਘ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਰਖਾਸਤ ਪਾਈ ਸੀ। ਸਰਕਾਰ ਤਾਂ ਸੁੱਤੀ ਪਈ ਹੈ, ਜਾਂ ਸਰਕਾਰ ਨੇ ਭਾਈਵਾਲਾਂ ਨੂੰ ਬਚਾਉਣਾ ਹੈ, ਭਾਵੇਂ ਉਹ ਸਿੱਧੇ ਰੂਪ 'ਚ ਭਾਈਵਾਲ ਨਹੀਂ, ਅਸਿੱਧੇ ਰੂਪ 'ਚ ਇਹਨਾਂ ਦੇ ਨਾਲ ਨੇ, ਮਿਲੇ ਹੋਏ ਨੇ। ਇਹ ਦੋਸ਼ ਬਾਰ-ਬਾਰ ਵੱਖ-ਵੱਖ ਸਿਆਸੀ ਪਾਰਟੀਆਂ ਵੀ ਲਾਉਂਦੀਆਂ ਨੇ, ਕਿਸਾਨ ਜਥੇਬੰਦੀਆਂ ਵੀ ਲਾਉਂਦੇ ਨੇ, ਪੰਜਾਬ ਦੇ ਲੋਕ ਆਪ ਵੀ ਲਾਉਂਦੇ ਨੇ। ਸੋ ਉਹ ਜਿਹੜੀਆਂ ਰਿਪੋਰਟਾਂ ਸੀਗੀਆਂ ਖਲਵਾਉਣ ਵਾਸਤੇ ਇਹਨਾਂ ਨੇ ਮਤਲਬ ਕੁਝ ਨਹੀਂ ਕੀਤਾ। ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈਗਾ, 150 ਵਕੀਲ ਉੱਥੇ ਭਰਤੀ ਕੀਤਾ ਵਾ ਪਿਛਲੇ 4.5 ਸਾਲ 'ਚ, ਦੱਸਣ ਕਿ ਕਿਹੜਾ ਕੇਸ ਉਹ ਜਿੱਤ ਕੇ ਆਏ ਨੇ। ਜਦੋਂ ਵੀ ਕਿਸੇ ਕੇਸ ਦੀ ਗੱਲ ਹੁੰਦੀ ਹੈ ਤਾਂ ਐਡਵੋਕੇਟ ਜਨਰਲ ਸਾਹਿਬ ਵੱਡੀਆਂ ਮੋਟੀਆਂ ਫੀਸਾਂ ਦੇ ਕੇ ਦਿੱਲੀ ਤੋਂ ਜਾਂ ਹੋਰਾਂ ਥਾਵਾਂ ਤੋਂ ਵਕੀਲ ਬੁਲਾਉਂਦੇ ਨੇ। ਇਹਨਾਂ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੇ ਐਡਵੋਕੇਟ ਜਨਰਲ ਤੇ ਤੰਜ ਕੱਸਿਆ ਸੀ ਕਿ ਮੁੱਖ ਮੰਤਰੀ ਸਾਹਿਬ, ਆਹ ਫੌਜਾਂ ਸਿਰਫ ਤੇ ਸਿਰਫ ਕੇਸ ਹਰਾਉਣ ਵਾਸਤੇ ਇਕੱਠੀਆਂ ਕੀਤੀਆਂ ਨੇ। ਲੋਕਾਂ ਦਾ ਟੈਕਸ ਤਾਂ ਆ ਜਾਂਦਾ ਹੈ ਕਿ 50-50 ਲੱਖ ਦੀ ਫੀਸ ਵਾਲੇ ਜਦੋਂ ਵਕੀਲ ਕੀਤੇ ਜਾਂਦੇ ਨੇ, ਫਿਰ ਇਹ ਫੌਜ ਰੱਖਣ ਦੀ ਜ਼ਰੂਰਤ ਕੀ ਹੈ? ਬਾਹਰਲੇ ਪਾਸਿਓ ਜਦੋਂ ਅਸੀਂ ਬਾਹਰੋਂ ਹੀ ਲੈ ਕੇ ਆਉਣੇ ਨੇ, ਤਾਂ ਫਿਰ ਇਹਨਾਂ ਨੂੰ ਜਿਹੜਾ ਅਰਬਾਂ ਰੁਪਈਆ ਮਹੀਨੇ ਦਾ ਤਨਖਾਹਾਂ, AC ਕਮਰਿਆਂ ਦੀਆਂ ਠੰਡੀਆਂ ਹਵਾਵਾਂ ਤੇ ਹੋਰ ਅਮਲੇ ਫੈਲੇ ਤੇ ਖਰਚਿਆ ਜਾ ਰਿਹਾ, ਇਹ ਕਿਉਂ ਖਰਚਿਆ ਜਾ ਰਿਹਾ? ਸੋ ਲੋਕਾਂ ਨੂੰ ਜਿਵੇਂ ਕਿਸਾਨਾਂ ਨੇ ਜਾਗਰੂਕਤਾ ਲਿਆਂਦੀ ਹੈ, ਅੱਜ ਇਹ ਪਿੰਡਾਂ 'ਚ ਜਾ ਕੇ ਬੇਵਕੂਫ ਨਹੀਂ ਬਣਾ ਸਕਦੇ। ਕਿਸਾਨ ਇਹਨਾਂ ਤੋਂ ਸਵਾਲ ਪੁੱਛਦੇ ਨੇ। ਕਿਸਾਨ ਉਹਨਾਂ ਲੋਕਾਂ ਨੂੰ ਵੀ ਪੁੱਛਦੇ ਆ ਜਿਨ੍ਹਾਂ ਦੇ ਉੱਤੇ 150 ਰੁਪਇਆ ਦਿਹਾੜੀ ਦਾ ਇਲਜ਼ਾਮ ਲਾਉਂਦੇ ਨੇ, ਉਹਨਾਂ ਦੀਆਂ ਮਰਗਾਂ ਜ਼ਮੀਰਾਂ ਨੂੰ ਜਗਾਉਣ ਦਾ ਯਤਨ ਕਰਦੇ ਨੇ। ਜੇ ਕਿਸਾਨਾਂ ਨੇ ਇਹ ਜਾਗਰੂਕਤਾ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਲਿਆ ਦਿੱਤੀ, ਤਾਂ ਇਹ ਬਹੁਤ ਵੱਡੀ ਗੱਲ ਹੈ। ਇਸ ਵੇਲੇ ਲੋਕ ਇਹਨਾਂ ਨੂੰ ਪੁੱਛਦੇ ਆ ਕਿ ਆਓ ਦੱਸੋ, ਕਰੋ ਬਹਿਸ ਸਾਡੇ ਦੇ ਨਾਲ। ਇਹ ਜਾਣ ਬੁੱਝ ਕੇ ਸਿੰਗੜੀ ਛੇੜ ਕੇ ਉਹਨਾਂ ਨੂੰ ਕਦੇ ਕਹਿਣਗੇ ਕਿਸਾਨ ਤਾਂ ਆਮ ਆਦਮੀ ਤੇ ਕਾਂਗਰਸ ਦੇ ਨੇ, ਦੂਜੇ ਪਾਸੇ ਫਿਰ ਇੱਕ ਕਮੇਟੀ ਬਣਾ ਦਿੰਦੇ ਨੇ ਵੀ ਆ ਕਿਸਾਨਾਂ ਨਾਲ ਗੱਲ ਕਰੋ। ਜਦੋਂ ਕਿਸਾਨ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨੇ, ਫਿਰ ਤੁਸੀਂ 3 ਮੈਂਬਰੀ ਕਮੇਟੀ ਕਾਹਦੇ ਵਾਸਤੇ ਬਣਾਈ ਹੈ? ਸੋ ਜੇ ਇਹ ਰਾਜਸੀ ਆਗੂ ਗੰਭੀਰ ਹੁੰਦੇ, ਰਾਜਸੀ ਆਗੂਆਂ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ, ਰਾਜਸੀ ਆਗੂਆਂ ਨੂੰ ਸਿਰਫ ਤੇ ਸਿਰਫ ਸੱਤਾ ਪਿਆਰੀ ਹੈ, ਇਸੇ ਕਰਕੇ ਪੰਜਾਬ ਦੀ ਇੱਕ ਪਾਰਟੀ ਹੁਣੇ ਤੋਂ ਲੰਗੋਟ ਕੱਸ ਕੇ ਮੈਦਾਨ ਦੇ ਵਿੱਚ ਚੋਣ ਸੰਬੰਧੀ ਪ੍ਰਚਾਰ ਕਰਦੀ ਫਿਰਦੀ ਹੈ, ਜਿਹਨੂੰ ਕਿਸਾਨਾਂ ਨੇ ਵਰਜਿਆ ਕਿ ਜੇ ਪਿੰਡਾਂ 'ਚ ਵੜੇ ਹੋ ਤਾਂ ਤੁਹਾਡਾ ਵਿਰੋਧ ਹੋਵੇਗਾ। ਤੇ ਜਦੋਂ ਕਿਹਾ ਉਹਨਾਂ ਨੇ ਕਿ ਮੈਂ ਤਾਂ 15 ਮਿੰਟ ਦੇ ਦਿਆਂ ਤੇ ਕਿਸਾਨਾਂ ਨੂੰ ਦੱਸ ਦੇਣਗੇ ਕਿ ਇਹ ਹੁੰਦਾ ਕੀ ਹੈ, ਤੇ ਬਾਅਦ ਦੇ ਵਿੱਚ ਉਸ ਬਿਆਨ ਤੋਂ ਭੱਜੇ। ਜਦੋਂ ਕਿਸਾਨਾਂ ਆਗੂਆਂ ਨੇ ਕਿਹਾ ਕਿ ਘਰਾਂ 'ਚੋਂ ਨਿਕਲਣਾ ਬੰਦ ਕਰ ਦਿਆਂਗੇ, ਉਸੇ ਕਰਕੇ ਤਾਂ ਇਹਨਾਂ ਨੇ ਛੱਡਿਆ। ਜੇ ਅਸੀਂ ਗੰਭੀਰ ਹੁੰਦੇ ਇਹਨਾਂ ਮੁੱਦਿਆਂ ਦੇ ਉੱਤੇ, ਜਦੋਂ ਪਤਾ ਕਿ ਸਾਡਾ ਸਾਰਾ ਕੁਝ ਕਿਸਾਨੀ ਆਧਾਰਿਤ ਹੈ, ਉਦੋਂ ਅਸੀਂ ਗੰਭੀਰਤਾ ਨਾਲ ਕਿਸਾਨਾਂ ਦੇ ਨਾਲ ਖੜੇ ਨਹੀਂ। ਤੇ ਹੁਣ ਇਹ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਸੀਂ ਉਹ ਕਿਸਾਨਾਂ ਦੇ ਖੈਰ ਖੁਆਹ ਆ, ਸਭ ਤੋਂ ਵੱਧ ਕਿਸਾਨ ਦੇ ਅਸੀਂ ਹਮਾਇਤੀ ਹਾਂ, ਬਾਕੀ ਤਾਂ ਇੱਥੇ ਐਵੇਂ ਤੁਰੇ ਫਿਰਦੇ ਨੇ। ਇਸ ਕਿਸਾਨੀ ਅੰਦੋਲਨ ਨੇ ਜਿਹੜੇ ਅਗਲੇ ਸੱਦੇ ਦਿੱਤੇ ਨੇ, ਜਿਵੇਂ 7 ਤਰੀਕ ਨੂੰ ਕਰਨਾਲ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੇ ਰੈਲੀ ਕਰਨੀ ਹੈ, ਉਹਦੇ ਵਾਸਤੇ ਉੱਥੇ ਦਫਾ 44 ਲਾਤੀ ਹੈ। ਬਹੁਤ ਸਾਰੇ ਰੂਟ ਜਿਹੜੇ ਹੈ ਉਹ ਬਦਲਵੇਂ ਰੂਟਾਂ ਬਾਰੇ ਲੋਕਾਂ ਨੂੰ ਗਿਆਨ ਦੇਤਾ।
ਕਈ ਅਖਬਾਰਾਂ ਦੇ ਵਿੱਚ ਅੱਜ ਆ ਵੀ ਗਿਆ ਕਿ 7 ਤਰੀਕ ਭਾਵ ਕੱਲ ਨੂੰ ਲੋਕਾਂ ਨੇ ਕਿਹੜੇ ਰੂਟ ਤੇ ਹੋ ਕੇ ਜਾਣਾ ਹੈਗਾ, ਇਹ ਸਾਡੇ ਸਭ ਦੇ ਸਾਹਮਣੇ ਆ ਗਿਆ ਹੈ। ਸੋ ਲੋਕਾਂ ਨੂੰ ਜੇ ਚੰਗਾ ਹੋਵੇ ਤਾਂ 7 ਤਰੀਕ ਨੂੰ ਟਾਲ ਲੈਣ ਆਪਦਾ ਸਫ਼ਰ, ਨਹੀਂ ਤਾਂ ਜਿਹੜੇ ਬਦਲਵੇਂ ਰੂਟ ਦਰਸਾਏ ਗਏ ਨੇ ਉਹਨਾਂ ਰੂਟਾਂ ਨੂੰ ਅਪਣਾ ਕੇ ਆਪਣੀ ਮੰਜ਼ਿਲ ਵੱਲ ਜਾ ਸਕਦੇ। ਜੀ ਢਿੱਲੋਂ ਜੀ, ਹਾਲ ਹੀ ਦੇ ਵਿੱਚ ਜਿਹੜਾ ਕਿ ਅਧਿਆਪਕ ਦਿਵਸ ਮਨਾਇਆ ਗਿਆ, ਉਸ ਵਿੱਚ ਦੇਖਿਆ ਗਿਆ ਕਿ ਉਹਨਾਂ ਦੇ ਜਿਹੜੇ ਕਿ ਅਧਿਆਪਕ ਦਿਵਸ ਦੇ ਮੌਕੇ ਜਿਹੜੇ ਕਿ ਕੁਝ ਅਧਿਆਪਕਾਂ ਨੂੰ ਪੁਰਸਕਾਰ ਦਿੱਤੇ ਗਏ ਨੇ। ਇੱਕ ਪਾਸੇ ਤਾਂ ਅਧਿਆਪਕ ਨੇ ਜਿਹੜੇ ਕਿ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ ਵੱਡੇ ਪੱਧਰ ਤੋਂ ਉਹਨਾਂ ਵੱਲੋਂ ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ ਜਾ ਰਹੇ ਨੇ ਜਾਂ ਫਿਰ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇੱਕ ਪਾਸੇ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਕੇ ਉਹਨਾਂ ਨੂੰ ਜਿਹੜਾ ਕਿ ਇਹ ਦਿਖਾਇਆ ਜਾਂਦਾ ਕਿ ਸਰਕਾਰਾਂ ਉਹਨਾਂ ਦੇ ਨਾਲ ਹੈ। ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਜਿਹੜਾ ਇਹ ਤਾਂ ਹਰ ਸਾਲ ਹੁੰਦਾ ਹੈ, ਪਰ ਅਤ ਅਫਸੋਸ ਨਾਲ ਕਹਿਣਾ ਪੈ ਰਿਹਾ ਰੀਨਾ ਜੀ ਕਿ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਸਵਿਤਰੀ ਬਾਈ ਫੂਲੇ ਜੀ ਉਹਨੂੰ ਭੁੱਲ ਹੀ ਗਏ, ਯਾਦ ਹੀ ਨਹੀਂ ਕੀਤਾ ਕਿਸੇ ਨੇ। ਉਹਨੇ ਦਵੇ ਕੁਚਲੇ ਲੋਕਾਂ ਨੂੰ ਸਿੱਖਿਆ ਦੇਣ ਦਾ ਯਤਨ ਕੀਤਾ ਸੀ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਲੋਕਾਂ ਨੂੰ ਸਲਾਮ ਕਰਨਾ ਬਣਦਾ ਜੀ। ਸਵਿਤਰੀ ਬਾਈ ਫੂਲੇ ਸੀ, ਉਹਨੇ ਝੁੱਗੀਆਂ ਚੌਪੜੀਆਂ ਤੇ ਹੋਰਾਂ ਨੂੰ ਜਿਹੜੇ ਸਮਾਜ ਦਾ ਦਬਿਆ ਕੁਚਲਿਆ ਵਰਗ ਸੀ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਅਦਾ ਕੀਤੀ ਸੀ। ਤੇ ਭੁੱਲ ਗਏ ਨੇ ਇਹ ਦੂਜੇ, ਕਿਉਂਕਿ ਸਿੱਖਿਆ ਦਾ ਤਾਂ ਬੇੜਾ ਗਰਕ ਕਰਨ ਲੱਗੇ ਨੇ। ਜਿਹੜੀ ਨਵੀਂ ਸਿੱਖਿਆ ਨੀਤੀ ਲਿਆਈ ਜਾ ਰਹੀ ਹੈ, ਉਹ ਸਿੱਖਿਆ ਨੀਤੀ ਦੇ ਵਿੱਚ ਜਿਹੜਾ ਹੈਗਾ ਜਿਹੜੇ ਰਾਜਾਂ ਦੇ ਬੋਰਡ ਨੇ ਉਹਨਾਂ ਦਾ ਪੱਠਾ ਪਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਪੁਰਾਣਾ ਕਦਰਾਂ ਕੀਮਤਾਂ ਵਾਲਾ ਤਾਂ ਹੀ ਯਾਦ ਰਹੂਗਾ ਨਾ, ਜੇ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਾਂਗੇ ਤਾਂ ਪੁਰਸਕਾਰ ਇਹਨਾਂ ਨੇ ਦਿੱਤੇ ਨੇ। ਮੈਂ ਕੱਲ ਵੀ ਕਿਹਾ ਸੀ, ਅੱਜ ਵੀ ਕਹਿਣਾ ਸਾਡੇ ਇਹਨਾਂ ਭਰਾਵਾਂ ਨੂੰ ਕਿ ਤੁਸੀਂ ਜਦੋਂ ਵੀ ਪੜ੍ਹਾਈ ਕਰਦੇ ਹੋ ਇਹ ਮੰਨ ਕੇ ਨਾ ਕਰੋ ਕਿ ਅਸੀਂ ਤਾਂ ਸਰਕਾਰੀ ਨੌਕਰੀ ਤੇ ਜਾਣਾ ਹੈ। ਜੇ ਤੁਸੀਂ ਵੀ ਸਰਕਾਰਾਂ ਦੇ ਵਿੱਚ ਬਹਿ ਜਾਓਗੇ, ਤੁਸੀਂ ਵੀ ਉਹ ਸਾਧਨ ਨਹੀਂ ਕਰ ਸਕਦੇ। ਸਰਕਾਰਾਂ ਨੂੰ ਇਸ ਗੱਲ ਵਾਸਤੇ ਮਜਬੂਰ ਕਰੋ ਕਿ ਸਵੈ ਰੁਜ਼ਗਾਰ ਵਾਲਾ ਮਜ਼ਬੂਤ ਕੀਤਾ ਜਾਵੇ, ਉਹਨਾਂ ਲਈ ਜਗ੍ਹਾ ਬਣਾਈ ਜਾਵੇ। ਜੇ ਬੰਦਾ ਸਵੈ ਰੁਜ਼ਗਾਰ ਕਰਦਾ, ਜਿਹੜੀ ਆ ਲਾਲ ਫੀਤਾ ਸ਼ਾਹੀ ਲੁੱਟਣ ਵਾਸਤੇ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਲੁੱਟ ਹੁੰਦੀ ਹੈ, ਉਹਨਾਂ ਨੂੰ ਖਤਮ ਕਰੋ। ਉਹਨਾਂ ਨੂੰ ਕੋਈ ਸਾਧਨ ਬਣਾ ਕੇ ਦਿਓ ਕਿ ਆਹ ਸਾਧਨ ਤੁਸੀਂ ਕਰੋ। ਜੇ ਖੇਤੀ ਕਰਦੇ ਆ ਤਾਂ ਆਲੂਆਂ ਦੀ ਫਸਲ ਹੈ, ਟਮਾਟਰਾਂ ਦੀ ਫਸਲ ਹੈ, ਉਹਦਾ ਪਹਿਲਾਂ ਐਲਾਨ ਕਰੋ ਕਿ ਇੰਨੇ ਕੁ ਸਾਡੀ ਖਪਤ ਹੈ, ਜਾਂ ਫੂਡ ਪ੍ਰੋਸੈਸਿੰਗ ਰਾਹੀਂ ਟਮਾਟਰਾਂ ਦੀ ਸੌਸ ਬਣਾ ਲਓ। ਜਦੋਂ ਕਿਸਾਨ ਉਹੀ ਟਮਾਟਰਾਂ ਨੂੰ ਸੜਕਾਂ ਤੇ ਸੁੱਟਦਾ, ਆਲੂਆਂ ਨੂੰ ਸੜਕਾਂ ਤੇ ਸੁੱਟਦਾ ਹੈ। ਬਹੁਤ ਸਾਰੇ ਧਾਰਮਿਕ ਸਥਾਨਾਂ 'ਚ ਬੋਰਡ ਲੱਗ ਜਾਂਦੇ ਨੇ ਕਿ ਇੱਥੇ ਆਲੂ ਦਾਨ ਕਰਨੇ ਮਨਾ ਹਨ। ਤਾਂ ਲੋੜ ਤਾਂ ਇਹ ਹੈ ਕਿ ਉਹਨਾਂ ਉਤਪਾਦਾਂ ਨੂੰ ਸਾਂਭਣ ਦੀ, ਕੋਲਡ ਸਟੋਰ ਬਣਾਉਣ ਦੀ, ਕਈ ਚੀਜ਼ਾਂ ਬਾਰੇ ਸੋਚਿਆ ਜਾ ਸਕਦਾ ਹੈ। ਸੋ ਇਹ ਉਸ ਪਾਸੇ ਵੱਲ ਨਹੀਂ ਜਾਂਦੇ ਰੀਨਾ, ਕਦੇ ਵੀ ਇਹਨਾਂ ਨੇ ਉਸ ਪਾਸੇ ਵੱਲ ਕੁਝ ਕਰਨਾ ਨਹੀਂ। ਸੋ ਸਵੈ ਰੁਜ਼ਗਾਰ ਦੇ ਨਾਲ ਹੀ ਅਸੀਂ ਲੋਕਾਂ ਨੂੰ ਰੁਜ਼ਗਾਰ ਤੇ ਲਾ ਸਕਦੇ ਆ, ਪਰ ਉਦੋਂ ਬਾਅਦ ਜਿਹੜੀ ਲਾਲ ਫੀਤਾ ਸ਼ਾਹੀ ਤੇ ਹੋਰ ਤੁਹਾਡਾ ਲੁੱਟ ਖਸੁੱਟ ਵਾਲੇ ਮਹਿਕਮੇ ਨੇ, ਉਹਨਾਂ ਤੇ ਕਾਬੂ ਰੱਖਣ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਛੇੜਨ ਨਾ। ਉਹਨਾਂ ਨੂੰ, ਮੈਨੂੰ ਯਾਦ ਹੈ ਅੱਜ ਕੱਲ੍ਹ ਜਿਹੜੇ ਆ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਨੇ LK ਯਾਦਵਾਈ ਜੀ, ਇਹ ਪਟਿਆਲੇ SP ਹੈੱਡਕੁਆਟਰ ਹੁੰਦੇ ਸੀ। ਇਹਨਾਂ ਨੇ ਆ ਸ਼ੇਖੂਪੁਰ ਦੇ ਵਿੱਚ ਕੁਝ ਬੱਚੇ ਪੁਲਿਸ ਨੇ ਚੋਰੀ ਦੇ ਵਿੱਚ ਗ੍ਰਿਫਤਾਰ ਕੀਤੇ। ਇਹਨਾਂ ਨੇ ਜਦੋਂ ਜਾ ਕੇ ਉਹ ਸੈਕੀ ਦੇਖੀ ਕਿ ਬੱਚੇ ਚੋਰੀ ਕਰਦੇ ਕਿਉਂ ਨੇ, ਇਹਨਾਂ ਨੇ ਬੈਂਕ ਬੁਲਾਇਆ। ਉਦੋਂ ਸਟੇਟ ਬੈਂਕ ਆਫ ਪਟਿਆਲਾ ਹੁੰਦਾ ਸੀ ਆਪਣਾ। ਸਟੇਟ ਬੈਂਕ ਆਫ ਪਟਿਆਲਾ ਦਾ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਕਰਜ਼ੇ ਦਵਾ ਕੇ ਉਹਨਾਂ ਨੂੰ ਕੰਮ ਤੇ ਲਾਤਾ। ਕੋਈ ਚੱਕੀ ਲਈ ਬੈਠਾ, ਕੋਈ ਖਰਾਦ ਦੀ ਦੁਕਾਨ ਲਈ ਬੈਠਾ। ਨਾਲ ਪੁਲਿਸ ਨੂੰ ਤਾੜਨਾ ਕੀਤੀ ਕਿ ਜੇ ਇੱਥੇ ਕੋਈ ਇਹਨਾਂ ਦੀ ਲੁੱਟ ਖਸੁੱਟ ਕਰਨਾ ਹੁੰਦਾ ਹੈ, ਉਹਦਾ ਧਿਆਨ ਤੁਸੀਂ ਰੱਖਣਾ ਹੈਗਾ। ਔਰ ਉਹ ਸਾਰੇ ਬੱਚੇ ਅੱਜ ਕੰਮ ਕਰਦੇ ਨੇ। ਸੋ ਇਹੋ ਜਿਹੀਆਂ ਉਦਾਹਰਨਾਂ ਨੂੰ ਪ੍ਰਚਾਰਨ ਦਾ ਬਣਦਾ ਹੈ। ਕੱਲ ਤੁਸੀਂ ਅਧਿਆਪਕ ਦਿਵਸ ਦੀ ਗੱਲ ਕੀਤੀ ਹੈ, ਮੈਂ ਦੋ ਬੰਦਿਆਂ ਨੂੰ ਸਲੂਟ ਕਰਦਾ। ਇੱਕ ਮਿਸਟਰ ਜਿੰਦਲ ਵਕੀਲ ਨੇ ਲੁਧਿਆਣੇ ਦੇ, ਹਰੀਓਮ ਜਿੰਦਲ। ਉਹਨਾਂ ਨੇ ਕੱਲ ਦੇ ਦਿਨ ਝੁੱਗੀਆਂ ਚੌਂਪੜੀਆਂ 'ਚ ਜਾ ਕੇ ਜਿਹੜੇ ਉਹਨਾਂ ਦੇ ਬੱਚੇ ਸੀ ਉਹਨਾਂ ਨੂੰ ਕਿਤਾਬਾਂ ਪ੍ਰਦਾਨ ਕੀਤੀਆਂ। ਤੇ ਇੱਕ ਸਾਡੇ ਮਿੱਤਰ ਨੇ ਭਾਨ ਸਿੰਘ ਜੱਸੀ, ਆ ਜਿਹੜੇ DCW ਸੜਕ ਦੇ ਉੱਤੇ ਝੁੱਗੀਆਂ ਵਾਲੇ ਬੈਠੇ ਨੇ, ਉਹਨਾਂ ਨੇ ਇਹਨਾਂ ਵਾਸਤੇ ਸ਼ਾਮ ਦਾ ਸਕੂਲ ਸ਼ੁਰੂ ਕੀਤਾ ਵਾ। ਮੁਫਤ ਕਿਤਾਬਾਂ ਤੇ ਮੁਫਤ ਉਹਨਾਂ ਨੂੰ ਵਿੱਦਿਆ ਪ੍ਰਦਾਨ ਕਰਵਾ ਰਹੇ ਨੇ। ਕਈ ਉਹਨਾਂ ਦੀਆਂ ਲੜਕੀਆਂ ਜਿਹੜੀਆਂ ਨੇ ਉਹ ਵਿੱਦਿਆ ਪ੍ਰਦਾਨ ਕਰਕੇ ਅੱਗੇ ਜਿਹੜੀਆਂ ਆਪਦੀ
ਮੰਜ਼ਿਲ ਵੱਲ ਚਲੀਆਂ ਗਈਆਂ ਨੇ। ਅੱਜ ਸਾਨੂੰ ਜ਼ਰੂਰਤ ਹੈਗੀ ਆ ਉਹਨਾਂ ਖੋਜਾਂ ਦੀ ਜਿਹਦੇ ਨਾਲ ਇੱਥੇ ਕਾਰਖਾਨੇ ਲੱਗਣ, ਜਿਹਦੇ ਨਾਲ ਸਵੈ ਰੁਜ਼ਗਾਰ ਦਾ ਸਾਧਨ ਪੈਦਾ ਹੋਣ। ਤਾਂ ਕਿਸਾਨਾਂ ਦੀ ਜੇ ਇਹ ਕਹਿੰਦਾ ਮੈਂ ਖੇਤੀ ਕਾਨੂੰਨ ਬਦਲਾਏ ਹੈ, ਜੇ ਖੇਤੀ ਕਾਨੂੰਨ ਬਦਲਨੇ ਆ ਨਾ ਤਾਂ ਫੂਡ ਪ੍ਰੋਸੈਸਿੰਗ ਦੇ ਯੂਨਿਟ ਲਿਆਓ ਜਿਹਦੇ ਵਿੱਚ ਕਿਸਾਨਾਂ ਦਾ ਉਤਪਾਦ ਉਸ ਨੂੰ ਪ੍ਰੋਸੈਸ ਕਰਕੇ ਉਹਦੇ, ਜੇ ਹੁਣ ਇਹ ਟਮਾਟਰ ਜਿਹੜੇ ਆਪਾਂ ਸੜਕਾਂ ਤੇ ਸੁੱਟਦੇ ਆ, ਜੇ ਪ੍ਰੋਸੈਸ ਕਰਕੇ ਇਹਨਾਂ ਦੇ ਜੈਮ ਜਾਂ ਚਟਨੀਆਂ ਬਣਾ ਲਈਆਂ ਜਾਣ ਤਾਂ ਇਹੀ ਕੋਲਡ ਸਟੋਰ ਕਰਕੇ ਮਤਲਬ ਅੱਗੇ ਵੇਚੇ ਜਾ ਸਕਦੇ ਆ, ਜਿਹਦੇ ਤੋਂ ਕਿਸਾਨਾਂ ਨੂੰ ਮੁਨਾਫਾ ਵੀ ਹੋਵੇ ਤੇ ਕਿਸਾਨਾਂ ਦੇ ਬੱਚਿਆਂ ਨੂੰ ਲਾ ਕੇ ਦੇ ਦਿਓ ਤਾਂ ਕਿ ਉਹ ਆਤਮ ਨਿਰਭਰ ਹੋ ਜਾਣ ਤੇ ਸਰਕਾਰਾਂ ਵੱਲ ਹੱਥ ਨਾ ਅੱਡਣ। ਸਰਕਾਰਾਂ ਨੇ ਮੁਕਤਖੋਰੀ ਲਿਆ ਕੇ ਇਹਨਾਂ ਨੂੰ ਘਸਿਆਰੇ ਬਣਾਤਾ, ਦੇ ਦਿਓ ਆਟਾ ਦਾਲ, ਆ ਦੇ ਦਿਓ ਫਲਾਨਾ। ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿਰਤ ਕਰੋ, ਉਹਨਾਂ ਦੀ ਕਿਰਤ ਛਡਾਤੀ। ਉਹਨਾਂ ਦੀ ਕਿਰਤ ਕਰਦੇ ਸੀ, ਤੁਸੀਂ ਉਹਨਾਂ ਨੂੰ ਹੱਕ ਦਿਓ, ਉਹਨਾਂ ਦੀਆਂ ਉਪਜਾਂ ਦਾ ਸਹੀ ਮੁੱਲ ਦਿਓ, ਕਿਸਾਨ ਨੂੰ ਸਹੀ ਮੁੱਲ ਦਿਓ। ਜੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਜੇ ਤੱਕ ਲਾਗੂ ਨਹੀਂ ਕੀਤੀ ਆ, ਨਰਿੰਦਰ ਮੋਦੀ ਕਹਿੰਦਾ ਸੀ ਕਿ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗਾ, ਉਹ ਆਪਦੇ ਜੋਟੀਦਾਰਾਂ ਦੀ ਪਤਾ ਨਹੀਂ 200 ਗੁਣਾ ਕਰਤੀ ਕਿ 2000 ਗੁਣਾ ਕਰਤੀ, ਕਿਸਾਨਾਂ ਦੀ ਤਾਂ ਹੋਈ ਨਹੀਂ। ਆ 8 ਮਹੀਨਿਆਂ ਦੇ ਵਿੱਚ ਸਿਲੰਡਰ 194 ਰੁਪਏ 50 ਪੈਸੇ ਵੱਧ ਗਿਆ। ਤਾਂ ਜਦੋਂ 50 ਰੁਪਏ ਵਧਿਆ ਸੀ ਤਾਂ ਮੈਂ ਅਕਸਰ ਕਹਿੰਦਾ ਕਿ ਬੀਬੀ ਜਿਹੜੀ ਇਹਨਾਂ ਦੇ ਨਾਲ ਸਿਮਰਤੀ ਰਾਣੀ ਹੈ, ਉਹਨੇ ਕਿਵੇਂ ਸਿਲੰਡਰ ਸਿਰਾਂ ਤੇ ਚੱਕ ਚੱਕ ਕੇ ਮੁਜ਼ਾਹਰੇ ਕੀਤੇ ਸੀ। ਤੇ ਅੱਜ ਬੀਬੀ ਜੀ ਘੁੰਗਰੀਆਂ ਕਿਉਂ ਪਾਈ ਬੈਠੇ ਨੇ, ਅੱਜ ਚੁੱਪ ਕਰਕੇ ਕਿਉਂ ਬੈਠੇ ਨੇ? ਜੇ ਅੱਜ ਵੀ ਬੋਲਦੇ ਤੁਸੀਂ ਇਸ ਇਸ਼ੂ ਦੇ ਉੱਤੇ, ਜਿਹੜੀਆਂ ਸਰਕਾਰਾਂ ਦੀਆਂ ਨੇ ਨਾ ਆਪਣਾ ਲਾਏ ਵੇ ਬੈਟ ਤੇ ਸਰਕਾਰਾਂ ਨੇ ਲਾਏ ਵੇ ਨੇ ਇਹਨਾਂ ਦੇ ਉੱਤੇ, ਉਹਦੇ ਤੋਂ ਅਰਬਾਂ ਰੁਪਈਆ ਵਸੂਲਿਆ ਜਾ ਰਿਹਾ ਹੈਗਾ। 1 ਲੱਖ ਕਰੋੜ ਇਹਨਾਂ ਨੇ ਪੈਟਰੋਲੀਅਮ ਵਸਤਾਂ ਤੋਂ ਬੈਟ ਜਾਂ ਜਿਹੜਾ ਐਕਸਾਈਜ਼ ਡਿਊਟੀ ਲਾਈ ਆ ਉਹ ਪੈਦਾ ਕਰ ਲਿਆ, ਜਦੋਂ ਕਿ ਪਿਛਲੇ ਸਾਲੇ 67,845 ਕਰੋੜ ਸੀ, 95 ਕਰੋੜ ਸੀ। ਸੋ ਇਹਨਾਂ ਨੇ ਲਗਾਤਾਰ ਜਿਹੜਾ ਹੈਗਾ ਜਨਤਾ ਤੇ ਬੋਝ ਪਾਇਆ ਜਾ ਰਿਹਾ ਹਰ ਪੈਰ ਦੇ ਉੱਤੇ। ਸੋ ਮੈਂ ਇਹ ਕਹਿਣਾ ਕਿ ਵਾਜਬ ਦਰਾਂ ਕਰ ਦਿਓ, ਥੋਤੋਂ ਕੋਈ ਬੰਦਾ ਮੁਫਤ ਬਿਜਲੀ ਨਹੀਂ ਮੰਗਦਾ। ਇਹਨਾਂ ਨੂੰ ਜੇ ਉਹ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ 3 ਰੁਪਈਆਂ 'ਚ ਲੈ ਆਵਾਂਗਾ, 3 ਰੁਪਈਆਂ 'ਚ ਆਉਣੀ ਨਹੀਂ ਸਿੱਧੂ ਸਾਹਿਬ। 4 ਰੁਪਏ 47 ਪੈਸੇ ਪ੍ਰਤੀ ਯੂਨਿਟ ਬਿਜਲੀ ਬੋਰਡ ਨੂੰ ਪੈਂਦਾ, ਜੋ ਰਿਟਾਇਰਡ ਡਿਪਟੀ ਮੁੱਖ ਇੰਜੀਨੀਅਰ ਦਰਸ਼ਨ ਸਿੰਘ ਭੁੱਲਰ ਸਾਡੇ ਚੈਨਲ ਤੇ ਸਾਨੂੰ ਦੱਸ ਕੇ ਗਏ ਸੀ। ਤਾਂ 1 ਰੁਪਿਆ 47 ਪੈਸੇ ਕਿੱਥੋਂ ਲੈ ਕੇ ਆਉਂਗੇ? ਜੇ ਵਾਜਬ ਦਰ ਤੁਸੀਂ 5 ਰੁਪਏ ਵੀ ਦੇ ਦਿਓ ਨਾ, ਅੱਜ ਜਿਹੜੀ ਐਵਰੇਜ ਸਾਨੂੰ 10 ਰੁਪਏ 'ਚ ਪੈ ਰਹੀ ਹੈ, ਜੇ ਤੁਸੀਂ 5 ਰੁਪਏ 'ਚ ਦੇ ਦਿਓ ਤਾਂ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਔਰ ਹਰ ਬੰਦਾ ਹੱਸ ਕੇ ਬਿੱਲ ਅਦਾ ਕਰੇਗਾ। ਅਸੀਂ ਜਦੋਂ ਬਿਜਲੀ ਚੋਰੀ ਵੀ ਲੋਕ ਉਦੋਂ ਕਰਦੇ ਨੇ, 1200 ਕਰੋੜ ਦੀ ਬਿਜਲੀ ਚੋਰੀ ਹੈ ਪੰਜਾਬ 'ਚ, ਜਿਹਦੇ ਵਿੱਚ ਸਭ ਤੋਂ ਵੱਧ ਬਾਰਡਰ ਜ਼ੋਨ, ਨੰਬਰ 2 ਦੇ ਉੱਤੇ ਜਿਹੜਾ ਪੱਛਮ ਜ਼ੋਨ ਹੈ, ਜਿਹਦੇ ਵਿੱਚ ਬਠਿੰਡਾ, ਫਰੀਦਕੋਟ, ਮੁਕਤਸਰ, ਅਬੋਹਰ, ਮਾਨਸਾ ਇਹ ਖੇਤਰ ਆਉਂਦੇ ਨੇ। ਦੂਜੇ ਨੰਬਰ ਤੇ ਉਹਦੀ ਵਾਰੀ ਹੈ। 2200 ਕਰੋੜ ਰੁਪਇਆ ਬਿਜਲੀ ਬੋਰਡ ਦਾ ਸਰਕਾਰੀ ਮਹਿਕਮਿਆਂ ਵੱਲ ਬਕਾਇਆ ਖੜਾ ਹੈ। 9000 ਕਰੋੜ ਦੀ ਬਿਜਲੀ ਸਬਸਿਡੀ ਇਹਨਾਂ ਸਰਕਾਰਾਂ ਨੇ ਦਿੱਤੀ ਨਹੀਂ। ਸੋ ਬਿਜਲੀ ਬੋਰਡ ਨੇ ਜਾਣਾ ਕਿੱਥੇ ਹੈ? 1400 ਕਰੋੜ ਰੁਪਇਆ ਬਿਜਲੀ ਬੋਰਡ ਨੇ ਲੈਣਾ ਤੇ 30000 ਕਰੋੜ ਦਾ ਕਰਜ਼ਾ ਲਈ ਬੈਠੇ ਨੇ। ਜੇ ਉਹਨਾਂ ਦਾ ਇਹ 14000 ਕਰੋੜ ਵਾਪਸ ਆ ਜਾਵੇ ਤਾਂ ਬਿਜਲੀ ਬੋਰਡ ਤਾਂ ਮੁਨਾਫੇ 'ਚ ਹੀ ਹੈਗਾ। ਸੋ ਇਸ ਕਰਕੇ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਚੱਲਦੇ ਫਿਰਦੇ ਅਦਾਰੇ, ਜਿਵੇਂ ਨਰਿੰਦਰ ਮੋਦੀ ਸਾਹਿਬ ਨੇ ਹੁਣ ਰੇਲਾਂ ਵੀ ਵੇਚਤੀਆਂ, ਪਟੜੀਆਂ ਵੀ ਵੇਚਤੀਆਂ, ਹਵਾਈ ਅੱਡੇ ਵੀ ਵੇਚਤੇ, LIC ਵੀ ਵੇਚਤੀ, ਰਹਿੰਦੀਆਂ ਖੁੰਦੀਆਂ ਸਾਰੀਆਂ ਚੀਜ਼ਾਂ ਦਾ ਭੋਗ ਪਾ ਦੇਵੇਗਾ ਜੇ ਇਹਨੂੰ ਇਸ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਪਾਸੇ ਨਾ ਕੀਤਾ। ਜੀ ਸਹੀ ਕਿਹਾ ਤੁਸੀਂ ਢਿੱਲੋਂ ਸਾਹਿਬ ਜੀ, ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਮੁੱਦਿਆਂ ਵੱਲ ਧਿਆਨ ਘੱਟ ਦਿੱਤਾ ਜਾ ਰਿਹਾ। ਜ਼ਿਆਦਾਤਰ ਵੋਟ ਵਟੋਰਨ ਦੇ ਵਾਸਤੇ ਜਿਹੜਾ ਲੋਕਾਂ ਨੂੰ ਇੱਕ ਮਤਲਬ ਕਿ ਲਾਲਚ ਦੇ ਕੇ ਉਹਨਾਂ ਤੋਂ ਵੋਟ ਜਿਹੜੀ ਵਟੋਰੀ ਜਾਂਦੀ ਹੈ। ਸੋ ਢਿੱਲੋਂ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਿਹੜੀਆਂ ਗੱਲਾਂ ਨੇ ਜਿਹੜੀਆਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।